ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਐਂਸ਼ੀਅੰਟ ਹਿਸਟਰੀ ਦੀ ਕਲਾਸ ਨੰਬਰ 2 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਰਿਲੀਜਨ ਇਨ ਐਂਸ਼ੀਅੰਟ ਇੰਡੀਆ ਦੇ ਵਿੱਚ ਤੇ ਨਾਲ ਹੀ ਆਪਾਂ ਬੁੱਧ ਧਰਮ, ਜੈਨ ਧਰਮ ਅਤੇ ਵੇਦਾਂ ਦੇ ਬਾਰੇ ਚੰਗੀ ਤਰ੍ਹਾਂ ਪੜਾਂਗੇ। ਠੀਕ ਹੈ ਜੀ। ਸੋ ਇਸ ਤੋਂ ਪਹਿਲਾਂ ਆਪਾਂ ਪਹਿਲੀ ਕਲਾਸ ਐਂਸ਼ੀਅੰਟ ਹਿਸਟਰੀ ਦੀ ਕੀਤੀ ਸੀ, ਜਿਹਦੇ ਵਿੱਚ ਕਿ ਆਪਾਂ ਸਿੰਧੂ ਘਾਟੀ ਦੀ ਸੱਭਿਅਤਾ, ਇੰਡਸ ਵੈਲੀ ਸਿਵਲਾਈਜੇਸ਼ਨ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹਾਂ। ਸੋ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿੰਨੇ ਵੀ ਫੈਮਿਲੀ ਆ, ਠੀਕ ਹੈ ਜੀ, ਆਪਣੀ YouTube ਫੈਮਿਲੀ ਆ ਚਾਹੇ ਆਪਣੀ ਟੈਲੀਗ੍ਰਾਮ ਫੈਮਿਲੀ ਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਪਿਆਰ ਦੇ ਰਹੇ ਹੋ ਆਪਣੇ ਚੈਨਲ ਨੂੰ ਤੇ ਸ਼ੇਅਰ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋ। ਸੋ ਇਹਦਾ ਸਭ ਤੋਂ ਵੱਧ ਮੈਨੂੰ ਇਸ ਚੀਜ਼ ਦਾ ਹੁੰਦਾ ਵਾ ਕਿ ਇਸ ਟਾਈਮ ਦੇ ਉੱਤੇ ਜਿਹੜੇ ਕੈਂਡੀਡੇਟ ਅਫੋਰਡ ਨਹੀਂ ਕਰ ਸਕਦੇ ਪੇਡ ਕੋਰਸਸ, ਕਿਉਂਕਿ ਇਦਾਂ ਨਹੀਂ ਕਿ ਪੇਡ ਕੋਰਸਸ ਮਾੜੇ ਹੁੰਦੇ ਨੇ ਜਾਂ ਪੇਡ ਦੇ ਵਿੱਚ ਜੋ ਵੀ ਚੈਨਲ ਤੁਹਾਨੂੰ ਪੜ੍ਹਾਏਗਾ ਉਹ ਵਧੀਆ ਨਹੀਂ ਪੜ੍ਹਾਏਗਾ, ਵਧੀਆ ਪੜ੍ਹਾਏਗਾ ਕਿਉਂਕਿ ਉਹਨਾਂ ਦੇ ਐਕਸਪੈਂਸਸ ਵੱਧ ਹੁੰਦੇ ਨੇ, ਤਾਂ ਕਰਕੇ ਉਹਨਾਂ ਨੂੰ ਕੁਛ ਚੀਜ਼ਾਂ ਪੇਡ ਵੀ ਕਰਨੀਆਂ ਪੈਂਦੀਆਂ ਨੇ। ਠੀਕ ਹੈ ਜੀ। ਸੋ ਉਹ ਫ੍ਰੀ ਦੇ ਵਿੱਚ ਨਹੀਂ ਦੇ ਸਕਦੇ। ਸੋ ਆਪਣੇ ਵੱਲੋਂ, ਮੇਰੇ ਚੈਨਲ ਵੱਲੋਂ, ਠੀਕ ਹੈ ਜੀ, ਜੋ ਤੁਹਾਡਾ ਆਪਣਾ ਹੀ ਚੈਨਲ ਹੈ, ਠੀਕ ਹੈ, GK ਅਕੈਡਮੀ ਪੰਜਾਬ, ਇਹਦੇ ਆਪਾਂ GK ਦੀ ਤਿਆਰੀ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਹੈਲਪ ਹੋ ਸਕੇ ਉਨੀ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਆਪਣੀ ਜੋ ਮੈਂ ਪੋਲਿਟੀ ਦੀ ਸੀਰੀਜ਼ ਕੀਤੀ ਸੀ, ਮਾਡਰਨ ਹਿਸਟਰੀ ਦੀ ਸੀਰੀਜ਼, ਪੰਜਾਬ GK ਦੀ ਸੀਰੀਜ਼ ਤੇ ਸਟੈਟਿਕ GK ਦੀ ਸੀਰੀਜ਼ ਆਪਣੀ ਚੱਲ ਰਹੀ ਆ, ਤਾਂ ਕਰੰਟ ਅਫੇਅਰ ਵੀ ਆਪਾਂ ਸ਼ੁਰੂ ਕਰਤੇ ਹੋਏ ਆ। ਇਹਨਾਂ ਸੀਰੀਜ਼ ਨੂੰ ਬਹੁਤ ਹੀ ਜ਼ਿਆਦਾ ਤੁਸੀਂ ਪਿਆਰ ਦਿੱਤਾ ਤੇ ਬਹੁਤ ਹੀ ਮੈਨੂੰ ਕੈਂਡੀਡੇਟਸ ਦੇ ਮੈਸੇਜ ਆ ਰਹੇ ਨੇ ਕਿ ਉਹਨਾਂ ਨੂੰ ਅਗਰ ਉਹ ਕਿਸੇ ਵੀ ਚੈਨਲ ਦੇ ਉੱਤੇ ਜਾਂ ਕਿਸੇ ਵੀ ਕਿਊਜ਼, ਕੋਈ ਹੋਰ ਵੀ ਬੁੱਕ ਵਗੈਰਾ ਤੋਂ ਵੀ ਕਿਊਜ਼ ਲਗਾਉਂਦੇ ਨੇ, MCQ ਕਰਦੇ ਨੇ, ਤਾਂ ਉਹਨਾਂ ਦੇ ਬਹੁਤ ਵਧੀਆ ਕੁਐਸਚਨ ਸੋਲਵ ਹੋ ਰਹੇ ਨੇ। ਸੋ ਇਸ ਦੇ ਨਾਲ ਹੀ ਤੁਹਾਡੀ ਇਸੇ ਹੌਸਲਾ ਅਫਜ਼ਾਈ ਦੇ ਨਾਲ ਆਪਾਂ ਐਂਸ਼ੀਅੰਟ ਹਿਸਟਰੀ ਸ਼ੁਰੂ ਕੀਤੀ ਆ, ਜਿਹੜੀਆਂ ਆਪਾਂ ਸਿਰਫ 2 ਕਲਾਸਾਂ 'ਚ ਪੂਰੀ ਕਰ ਦਾਂਗੇ। ਸੋ ਇਹਦੇ ਵਿੱਚ ਇੱਕ ਕਲਾਸ ਦੇ ਵਿੱਚ ਆਪਾਂ ਸਾਰਾ ਕਰ ਦਾਂਗੇ। ਠੀਕ ਹੈ ਜੀ। ਸੋ ਵੈਸੇ ਤਾਂ ਐਂਸ਼ੀਅੰਟ ਹਿਸਟਰੀ ਦੇ ਵਿੱਚ ਬਹੁਤ ਟੌਪਿਕ ਬਣਦੇ ਆ, ਮੈਡੀਵਲ 'ਚ ਵੀ ਬਹੁਤ ਬਣਦੇ ਨੇ, ਪਰ ਇਹ ਆਪਾਂ ਦੋਨੇ ਟੌਪਿਕ 2-2 ਕਲਾਸਾਂ 'ਚ ਪੂਰੇ ਕਰਦੇ ਆ, ਕਿਉਂਕਿ ਪੇਪਰ ਦੇ ਵਿੱਚ, ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ ਇਹਨਾਂ ਦੋਨਾਂ ਟੌਪਿਕਸ ਦੇ ਵਿੱਚੋਂ ਬਹੁਤ ਘੱਟ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਹੈ। ਸੋ PPSC ਨਾਇਬ ਤਹਿਸੀਲਦਾਰ ਦੇ ਵਿੱਚ ਵੀ ਆਪਾਂ ਦੇਖਿਆ ਸੀ ਕਿ 2 ਕੁਐਸਚਨ ਮੈਡੀਵਲ 'ਚੋਂ ਆਏ ਸੀ, 2 ਕੁਐਸਚਨ ਆਏ ਸੀਗੇ ਆਪਣੇ ਐਂਸ਼ੀਅੰਟ ਹਿਸਟਰੀ ਤੋਂ। ਸੋ ਇਹੀ ਤੁਸੀਂ ਲਗਾ ਸਕਦੇ ਹੋ ਕਿ 4 ਤੋਂ 6 ਕੁਐਸਚਨ ਅਗਰ PPSC ਦੇ ਵਿੱਚ ਆਪਾਂ ਨੂੰ ਦੇਖਣੇ ਤੋਂ ਮਿਲ ਨੂੰ ਸਕਦੇ ਨੇ, ਤੇ ਜਿਹੜੇ ਆਪਣੇ PSSS ਵੀ ਆ ਉਹਦੇ ਵਿੱਚ ਵੀ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ 1 ਤੋਂ 3 ਕੁਐਸਚਨ ਆਪਾਂ ਨੂੰ ਇਹਨਾਂ ਟੌਪਿਕਸ ਦੇ ਵਿੱਚੋਂ ਦੇਖਣ ਨੂੰ ਮਿਲ ਸਕਦੇ ਨੇ। ਠੀਕ ਆ। ਸੋ ਸ਼ੁਰੂ ਕਰਦੇ ਹਾਂ ਜੀ। ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ। ਸੋ ਬੁੱਧਿਜ਼ਮ ਤੇ ਜੈਨਿਜ਼ਮ, ਠੀਕ ਆ, ਸਭ ਤੋਂ ਪਹਿਲਾਂ ਆਪਾਂ ਪੜਾਂਗੇ ਜੀ ਵੇਦਾਂ ਬਾਰੇ। ਠੀਕ ਆ ਜੀ। ਵੇਦਾਂ ਦੇ ਉੱਤੇ ਵੈਸੇ ਅਗਰ ਆਪਾਂ ਇਹਨਾਂ ਨੂੰ ਪੜ੍ਹਨ ਲੱਗ ਜਾਈਏ, ਠੀਕ ਆ, ਵੈਸੇ ਤਾਂ ਇਹਨਾਂ ਦੇ ਉੱਤੇ ਬਹੁਤ ਸਾਰੀ ਡਿਟੇਲ ਆਪਾਂ ਨੂੰ ਬੁੱਕਸ ਦੇ ਵਿੱਚ ਮਿਲ ਜੇਗੀ। ਸੋ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਆਪਾਂ ਸਿਰਫ ਥੋੜਾ ਜਿਹਾ ਕਰਾਂਗੇ। ਜੇਕਰ ਤੁਸੀਂ ਬਾਕੀ ਇਸ ਤੋਂ ਜ਼ਿਆਦਾ ਵੀ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਸਮਾਂ ਬਚਦਾ, ਤੁਸੀਂ ਮਾਡਰਨ ਹਿਸਟਰੀ ਕਰ ਲਈ ਹੋਈ ਆ, ਪੋਲਿਟੀ ਕਰ ਲਈ ਆ, ਪੰਜਾਬ GK ਕਰ ਲਈ ਆ, ਸਟੈਟਿਕ GK ਕਰ ਲਈ ਆ, ਫਿਰ ਤੁਸੀਂ ਆਪਣੀ ਲੂਸ਼ਨ ਜਾਂ ਅਰੀਹੰਟ ਦੇ ਬਹੁਤ ਡਿਟੇਲ ਦੇ ਵਿੱਚ ਇਹ ਦਿੱਤਾ ਹੋਇਆ ਵਾ, ਇਹ ਟੌਪਿਕ ਤੁਸੀਂ ਉੱਥੋਂ ਵੀ ਕਰ ਸਕਦੇ ਹੋ। ਪਰ ਜੇਕਰ ਤੁਹਾਨੂੰ ਸੰਤੁਸ਼ਟੀ ਨਾ ਹੋਵੇ ਕਿ ਹਾਂ ਇਹ ਕਲਾਸ ਦੇ ਵਿੱਚ ਤੁਹਾਨੂੰ ਲੱਗੇ ਕਿ ਹਾਂ ਘੱਟ ਕਰਵਾਇਆ ਹੈ, ਜਾਂ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਮੇਰੇ ਕੋਲ ਹੋਰ ਟਾਈਮ ਬਚਦਾ ਪਿਆ, ਮੈਂ ਇਸ ਤੋਂ ਹੋਰ ਜ਼ਿਆਦਾ ਅੱਗੇ ਹੋਰ ਵੀ ਪੜ੍ਹ ਸਕਦਾ ਵਾਂ, ਠੀਕ ਆ, ਤਾਂ ਹੀ ਕਰਨਾ ਵਾ। ਹੁਣ ਦੇਖੋ ਜੀ, ਵੇਦ, ਸਭ ਤੋਂ ਪਹਿਲਾਂ ਜੀ ਵੈਦਿਕ ਏਰੀਆ ਦੇ ਵਿੱਚ ਆਪਾਂ ਨੂੰ ਵੇਦ ਹੁੰਦੇ ਨੇ ਜੀ। ਵੇਦ ਆਪਣੇ ਹੁੰਦੇ ਨੇ 4 ਪ੍ਰਕਾਰ ਦੇ। ਠੀਕ ਆ। ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵੇਦ। ਠੀਕ ਆ ਜੀ। ਵੇਦਾਂ ਦਾ ਮਤਲਬ ਹੁੰਦਾ ਹੈ ਗਿਆਨ। ਪਹਿਲੀ ਗੱਲ ਤਾਂ ਸਿੱਧਾ ਕੁਐਸਚਨ ਤੁਹਾਨੂੰ ਆਊਗਾ ਕਿ ਵੇਦਾਂ ਦਾ ਮਤਲਬ ਕੀ ਹੁੰਦਾ। ਨੌਲੇਜ ਮਤਲਬ ਕਿ ਗਿਆਨ ਹੁੰਦਾ ਵਾ। ਠੀਕ ਆ। ਸਭ ਤੋਂ ਪਹਿਲਾਂ ਇਹ ਚੀਜ਼ ਆ ਗਈ। ਹੁਣ ਨੈਕਸਟ ਤੁਹਾਨੂੰ ਮੈਂ ਦੱਸਾਂ ਜੀ, ਹੁਣ ਜੀ ਜਿਹੜੇ 4 ਵੇਦ ਨੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਨੇ। ਪੇਪਰ ਦੇ ਵਿੱਚ ਡਾਇਰੈਕਟ ਤੁਹਾਨੂੰ ਇਹ ਕੁਐਸਚਨ ਆਊਗਾ ਕਿ ਹਾਂ ਸਾਮਵੇਦ ਵਾ ਜਿਹੜਾ, ਇਹ ਕਿਹਦੇ ਨਾਲ ਸੰਬੰਧ ਰੱਖਦਾ ਵਾ, ਕਿਹਦੇ ਨਾਲ ਰੈਫਰੈਂਸ ਆ ਜੀ। ਰਿਗਵੇਦ ਦੀ ਕਿਹਦੇ ਨਾਲ ਆ, ਅਥਰਵੇਦ ਦੀ ਕਿਹਦੇ ਨਾਲ ਆ। ਠੀਕ ਆ। ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਬਣਦੇ ਆਏ ਨੇ। ਠੀਕ ਆ। ਸੋ ਆਪਾਂ ਸਿਰਫ ਉਹੀ ਕਰਾਂਗੇ। ਹੁਣ ਦੇਖੋ ਜੀ, ਰਿਗਵੇਦ, ਸਭ ਤੋਂ ਪਹਿਲਾਂ ਤਾਂ ਇਹ ਵੇਦ ਦਾ ਸਭ ਤੋਂ ਪੁਰਾਣਾ ਰੂਪ ਹੈ ਤੇ ਸਭ ਤੋਂ ਪੁਰਾਣਾ ਵੈਦਿਕ ਸੰਸਕ੍ਰਿਤ ਪਾਠ ਹੈ। ਠੀਕ ਹੈ ਜੀ। ਸੋ ਵੈਦਿਕ ਸੰਸਕ੍ਰਿਤ ਪਾਠ ਹੈ। ਠੀਕ ਹੈ। 1800 ਤੋਂ 1100 BCE। ਠੀਕ ਹੈ ਜੀ। ਸੋ ਇਹ ਯਾਦ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ, ਬਸ ਇਹ ਯਾਦ ਕਰੋ ਕਿ ਇੱਕ ਸੰਸਕ੍ਰਿਤ ਪਾਠ ਆ ਤੇ ਇਹ ਸਭ ਤੋਂ ਪੁਰਾਣਾ, ਵੇਦਾਂ ਦਾ ਸਭ ਤੋਂ ਪੁਰਾਣਾ ਰੂਪ ਆ। ਠੀਕ ਆ। ਬਸ ਇਹਨਾਂ ਦੇ ਵਿੱਚ ਆਪਣਾ ਕੰਪਲੀਟ ਹੋ ਜਾਏਗਾ। ਹੁਣ ਆ ਗਿਆ ਜੀ ਸਾਮਵੇਦ। ਸਾਮਵੇਦ ਦਾ ਉਹ ਸਿੱਧਾ ਪੁੱਛਣਗੇ ਕਿ ਹਾਂ ਜੀ ਦੱਸੋ ਸਾਮਵੇਦ ਦਾ ਕੀ ਆ। ਸਾਮਵੇਦ ਆ ਨਾ ਜਿਹੜਾ ਸਭ ਤੋਂ ਅਰਲੀਐਸਟ ਰੈਫਰੈਂਸ ਫॉर ਸਿੰਗਿੰਗ ਦੇ ਨਾਲ ਤਾਲੁਕ, ਮਿਊਜ਼ਿਕ ਦੇ ਨਾਲ ਤਾਲੁਕਾਤ, ਸਿੰਗਿੰਗ ਦੇ ਨਾਲ ਤਾਲੁਕਾਤ ਰੱਖਦਾ ਵਾ ਸਾਮਵੇਦ ਦਾ। ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਸਾਮਵੇਦ ਦਾ ਸੰਬੰਧ ਕਿਹਦੇ ਨਾਲ ਆ, ਕਿਹਦੇ ਨਾਲ ਰੈਫਰੈਂਸ ਆ, ਕਿਹਦੇ ਨਾਲ ਆ ਜੀ, ਗਾਉਣ ਦੇ ਨਾਲ, ਮਤਲਬ ਸਿੰਗਿੰਗ ਦੇ ਨਾਲ। ਠੀਕ ਆ। ਸੋ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਆ। ਹੁਣ ਆ ਗਏ ਜੀ ਆਪਾਂ ਯਜੁਰਵੇਦ। ਹੁਣ ਯਜੁਰਵੇਦ ਹੁੰਦਾ ਜੀ ਪ੍ਰੇਅਰਸ ਦੇ, ਇਹਨੂੰ ਆਪਾਂ ਬੁੱਕਸ ਆਫ ਪ੍ਰੇਅਰਸ ਵੀ ਕਿਹਾ, ਪ੍ਰਾਰਥਨਾਵਾਂ ਦੀ ਪੁਸਤਕ ਵੀ ਕਿਹਾ ਜਾਂਦਾ। ਠੀਕ ਆ। ਆਪਾਂ ਨੂੰ ਪੇਪਰ 'ਚ ਇਹੀ ਕੁਐਸਚਨ ਆਊਗਾ ਕਿ ਯਜੁਰਵੇਦ ਦਾ ਸੰਬੰਧ ਕਿਹਦੇ ਨਾਲ ਤਾਲੁਕਾਤ ਰੱਖਦਾ ਵਾ, ਪ੍ਰਾਰਥਨਾਵਾਂ ਨਾਲ। ਠੀਕ ਹੈ ਜੀ। ਨੈਕਸਟ ਕਰਦੇ ਹਾਂ ਹੁਣ ਆਪਾਂ ਜੀ ਅਗਲਾ। ਹੁਣ ਜੀ ਦੇਖੋ, ਇਹ ਵੀ ਅੱਗੇ ਜਾ ਕੇ ਜੇਕਰ ਆਪਾਂ ਗੱਲ ਕਰੀਏ ਤਾਂ 2 ਪ੍ਰਕਾਰ ਦੇ ਹੋ ਜਾਂਦੇ ਨੇ। ਠੀਕ ਆ। ਸੋ 2 ਦੇ ਵਿੱਚ, ਇਹਦੇ ਵਿੱਚ ਪੇਪਰ ਦੇ ਵਿੱਚ ਤੁਹਾਨੂੰ ਇਹ ਵੀ ਕੁਐਸਚਨ ਬਣੇਗਾ ਕਿ ਇਹ ਜਿਹੜਾ ਯਜੁਰਵੇਦ ਆ, ਠੀਕ ਆ, ਉਹ ਅੱਗੇ ਜਾ ਕੇ 2 ਕਿੰਨਾ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਵਾ। ਠੀਕ ਆ। ਹੁਣ ਯਜੁਰਵੇਦ ਦੇ ਵਿੱਚ ਇੱਕ ਤਾਂ ਹੁੰਦਾ ਵਾ ਜੀ ਕ੍ਰਿਸ਼ਨਾ, ਠੀਕ ਆ ਜੀ, ਜਿਹਦੇ ਵਿੱਚ ਕਿ ਬਲੈਕ ਤੇ ਗੂੜਾ, ਕਾਲਾ ਤੇ ਗੂੜਾ ਹੋ ਜਾਂਦਾ, ਤੇ ਸ਼ੁਕਲਾ ਜਿਹਦੇ ਵਿੱਚ ਕਿ ਚਿੱਟਾ ਤੇ ਚਮਕ। ਹੁਣ ਆਪਾਂ ਪੜਾਂਗੇ ਕਿ ਅੱਗੇ ਇਹ ਕੀ ਚੀਜ਼ ਆ। ਮੇਨਲੀ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਕਿ ਯਜੁਰਵੇਦ ਕਿੰਨੇ ਟਾਈਪ ਦਾ ਹੁੰਦਾ, ਅੱਗੇ 2 ਟਾਈਪ ਦਾ,
ਕ੍ਰਿਸ਼ਨ ਯਜੁਰਵੇਦ ਹੁੰਦਾ ਤੇ ਸ਼ੁਕਲ ਯਜੁਰਵੇਦ ਹੁੰਦਾ, ਠੀਕ ਆ। ਇਹ ਹੁੰਦਾ ਬਲੈਕ ਡਾਰਕ ਤੇ ਇਹ ਹੁੰਦਾ ਵਾ ਆਪਣਾ ਵਾਈਟ ਬ੍ਰਾਈਟ, ਠੀਕ ਹੈ, ਸ਼ੁਕਲ। ਇਹ ਯਾਦ ਹੋਣਾ ਚਾਹੀਦਾ। ਛੰਦਾਂ ਦਾ ਇੱਕ ਗੈਰ ਵਿਵਸਥਿਤ ਅਪਸ਼ਟ ਮੋਟਲੀ ਸੰਗ੍ਰਹਿ ਹੈ ਨੇ ਤਰਤੀਬਵਾਰ ਅਤੇ ਸਪਸ਼ਟ ਬਾਣੀ। ਇਹ ਚਾਹੇ ਨਹੀਂ ਵੀ ਕਰੋਗੇ ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਆ। ਸੋ ਤੁਹਾਨੂੰ ਇਹ ਉੱਪਰ ਵਾਲੀਆਂ ਆਹ ਪੁਆਇੰਟ ਯਾਦ ਹੋਣੇ ਚਾਹੀਦੇ ਨੇ, ਠੀਕ ਆ, ਜਿਹੜੇ ਮੈਂ ਤੁਹਾਨੂੰ ਉੱਪਰ ਵਾਲਾ ਕਿਹਾ ਵਾ। ਸੋ ਨੈਕਸਟ ਕਰਦੇ ਹਾਂ ਜੀ ਆਪਾਂ। ਹੁਣ ਆ ਗਿਆ ਜੀ ਆਪਣਾ ਚੌਥਾ ਤੇ ਆਖਰੀ ਵੇਦ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਥਰਵ ਵੇਦ। ਇਹਦੇ ਉੱਤੇ ਪੇਪਰ ਦੇ ਵਿੱਚ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਕਿ ਮੈਜਿਕ ਦੇ ਨਾਲ, ਮੈਜਿਕ ਤੇ ਸੋਹਜ, ਮੈਜਿਕ ਐਂਡ ਚਾਰਮ ਦੇ ਨਾਲ ਕਿਹਦਾ ਤਾਲੁਕਾਤ ਆ? ਕਿਹਦਾ ਤਾਲੁਕਾਤ ਆ ਜੀ? ਅਥਰਵ ਵੇਦ ਦਾ ਤਾਲੁਕਾਤ ਆ, ਠੀਕ ਹੈ ਜੀ। ਜਾਦੂ ਅਤੇ ਸੋਹਜ ਦੀ ਕਿਤਾਬ, ਇਹ ਜਾਦੂਈ ਫਾਰਮੂਲੇ ਦੀ ਇੱਕ ਕਿਤਾਬ ਹੈ। ਇਸ ਵਿੱਚ ਬੁਰਾਈ ਅਤੇ ਬਿਮਾਰੀ ਤੋਂ ਬਚਣ ਲਈ ਸੋਹਜ ਅਤੇ ਜਾਦੂ ਵੀ ਹੁੰਦੇ ਨੇ, ਠੀਕ ਹੈ ਜੀ। ਸੋ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਵਾ, ਠੀਕ ਹੈ, ਅਥਰਵ ਵੇਦ, ਠੀਕ ਹੈ ਜੀ। ਸੋ ਵੈਸੇ ਇਹਨਾਂ ਬਾਰੇ ਜੇ ਤੁਸੀਂ ਡਿਟੇਲ ਦੇ ਵਿੱਚ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਲੂਸ਼ਨ ਜਾਂ ਅਰੀਹਨ 'ਚ ਤੁਹਾਨੂੰ ਇਹਦੀ ਪੂਰੀ ਡਿਟੇਲ ਮਿਲ ਜਾਏਗੀ ਜੇਕਰ ਪੜ੍ਹਨਾ ਚਾਹੋ, ਪਰ ਆਪਣੇ ਪੇਪਰਾਂ ਦੇ ਵਿੱਚ ਥੋੜ੍ਹਾ ਜਿਹਾ ਘੱਟ ਪੁੱਛਿਆ ਜਾਂਦਾ ਇਹਦੇ ਬਾਰੇ। ਸੋ ਮੈਂ ਸਿਰਫ ਉਹਨਾਂ ਐਡ ਕੀਤਾ ਜਿਹੜਾ ਐਕਸਪੈਕਟਡ ਆ ਕਿ ਹਾਂ ਇਹ ਵਾਲਾ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਵਾ। ਸੋ ਨੈਕਸਟ ਕਰਦੇ ਹਾਂ। ਹੁਣ ਆ ਗਿਆ ਜੀ ਆਪਣਾ ਥੋੜ੍ਹਾ ਜਿਹਾ ਮੈਂ ਨਾ ਕੁਛ ਸ਼ਬਦ ਐਡ ਕੀਤੇ ਨੇ, ਮਤਲਬ ਕੁਛ ਪੁਆਇੰਟ ਜੇ ਐਡ ਕੀਤੇ ਨੇ ਜਿਹੜੇ ਮੈਨੂੰ ਲੱਗਦੇ ਆ ਕਿ ਵੈਸੇ ਜੇ ਆਪਾਂ ਟੌਪਿਕ ਪੜ੍ਹਾਂਗੇ ਤਾਂ ਬਹੁਤ ਲੰਬੇ ਹੋ ਜਾਏਗਾ। ਸੋ ਉਹਨੂੰ ਮੈਂ ਜਸਟ ਵਨ ਲਾਈਨਰ ਬਣਾ ਕੇ ਐਡ ਕੀਤੇ ਹੋਏ ਨੇ, ਠੀਕ ਆ। ਸੋ ਦੇਖੋ ਜੀ, ਸਭ ਤੋਂ ਪਹਿਲਾਂ ਆਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਕਿ ਜਿਹੜਾ ਆਪਣਾ ਵਰਡ ਸਤਿਆਮੇਵ ਜਯਤੇ ਆ, ਠੀਕ ਆ। ਸੋ ਭਾਰਤ ਦਾ ਜਿਹੜਾ ਸਿੰਬਲ ਆਪਾਂ ਪ੍ਰਤੀਕ ਕਹਿ ਦਿੰਦੇ ਆ, ਇਹਦੇ 'ਚ ਇੱਕ ਸ਼ਬਦ ਆ ਜਿਹਨੂੰ ਕਿ ਮੁੰਡਕ ਉਪਨਿਸ਼ਦ ਤੋਂ ਅਪਣਾਏ ਗਏ ਹਨ। ਸਭ ਤੋਂ ਪਹਿਲਾਂ ਤਾਂ ਉਪਨਿਸ਼ਦ ਆ ਜਿਹੜਾ, ਇਹਨੂੰ ਹਿੰਦੂ ਫਿਲਾਸਫੀ ਦੇ ਸਰੋਤ ਹਨ। ਉਪਨਿਸ਼ਦ, ਉਪਨਿਸ਼ਦ ਦਾ ਸ਼ਾਬਦਿਕ ਅਰਥ ਹੁੰਦਾ ਹੈ ਨੇੜੇ ਬੈਠਣਾ। ਇਹ 3 ਕੁਐਸਚਨ ਤੁਹਾਡੇ ਇਹਦੇ ਵਿੱਚ ਕਵਰ ਹੋ ਰਹੇ ਨੇ। ਇਹਨੂੰ ਕੋਸ਼ਿਸ਼ ਕਰੋ ਇੰਗਲਿਸ਼ ਦੇ ਵਿੱਚ ਪੜ੍ਹੋ, ਠੀਕ ਹੈ। ਸਤਿਆਮੇਵ ਜਯਤੇ ਇਜ਼ ਦਾ ਐਮਬਲਮ ਆਫ ਇੰਡੀਆ ਹੈਵ ਬੀਨ ਅਡਾਪਟ ਫਰੋਮ, ਕਿੱਥੋਂ ਅਡਾਪਟ ਹੋਇਆ ਪੇਪਰ ਦੇ ਵਿੱਚ ਆਊਗਾ ਕਿ ਇਹ ਵਰਡ ਕਿੱਥੋਂ ਅਡਾਪਟ ਕੀਤੇ ਗਏ ਨੇ, ਇਹ ਮੁੰਡਕ ਉਪਨਿਸ਼ਦ, ਠੀਕ ਹੈ। ਇਹ ਯਾਦ ਕਰਨਾ। ਹੁਣ ਅੱਗੇ ਤੁਹਾਨੂੰ ਇਹ ਵੀ ਹੋ ਸਕਦਾ ਉਪਨਿਸ਼ਦ ਦਾ ਮਤਲਬ ਕੀ ਹੁੰਦਾ। ਇਹ ਹੁੰਦਾ ਜੀ ਸੋਰਸ ਆਫ ਹਿੰਦੂ ਫਿਲਾਸਫੀ। ਜਿਹੜਾ ਦਾ ਟਰਮ ਉਪਨਿਸ਼ਦ ਆ ਉਹ ਲਿਟਰਲੀ ਇਹਦਾ ਮਤਲਬ ਹੁੰਦਾ ਸਿਟਿੰਗ ਨੀਅਰ। ਸਿਟਿੰਗ ਨੀਅਰ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਨੇੜੇ ਬੈਠਣਾ, ਠੀਕ ਹੈ ਜੀ। ਹੁਣ ਦੇਖੋ ਜੀ, ਹੁਣ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਜਿਹੜਾ ਗਾਇਤਰੀ ਮੰਤਰ ਆ, ਗਾਇਤਰੀ ਮੰਤਰ ਦੀ ਰਚਨਾ ਕਿਹਨੇ ਕੀਤੀ ਆ ਜੀ? ਵਿਸ਼ਵਾਮਿੱਤਰ ਨੇ ਕੀਤੀ ਆ। ਪੇਪਰ ਦੇ ਵਿੱਚ ਇਹ ਸਿੱਧਾ ਕੁਐਸਚਨ ਤੁਹਾਨੂੰ ਸਟੈਟਿਕ ਜੀਕੇ ਦੇ ਵਿੱਚ ਆ ਸਕਦਾ ਵਾ। ਸੋ ਇਸ ਲਈ ਮੈਂ ਇਹ ਚੀਜ਼ ਐਡ ਕੀਤੀ ਆ। ਹੁਣ ਆ ਗਿਆ ਜੀ ਪੀਪੀਐਸਸੀ ਦਾ ਫੇਵਰੇਟ ਕੁਐਸਚਨ ਆ। ਪੀਪੀਐਸਸੀ ਇਹਨੂੰ 2 ਤੋਂ 3 ਵਾਰ ਰਿਪੀਟ ਕਰ ਚੁੱਕੀ ਆ। ਹੋਰ ਮੈਨੂੰ ਪੇਪਰਾਂ ਦਾ ਪਤਾ ਨਹੀਂ। ਪੀਪੀਐਸਸੀ ਦੇ ਮੈਂ ਪੇਪਰਾਂ ਦੇ ਵਿੱਚ ਪ੍ਰੀਵੀਅਸ ਈਅਰ 2015-16 ਦੇ ਪੇਪਰ ਦੇਖਦਾ ਪਿਆ ਸੀ, ਤਾਂ ਉਹਦੇ ਵਿੱਚ ਪੀਪੀਐਸਸੀ ਨੇ ਇਹ ਕੁਐਸਚਨ 2-3 ਵਾਰ ਰਿਪੀਟ ਕੀਤਾ। ਹੁਣ ਜਿਹੜੀ ਇੱਕ ਧਾਰਮਿਕ ਆਰਤੀ ਭਜਨ ਗੀਤ ਆ ਨਾ, ਓਮ ਜੈ ਜਗਦੀਸ਼ ਹਰੇ, ਠੀਕ ਆ, ਆਪਾਂ ਸਾਰਾ ਹਰੇ ਓਮ ਜੈ ਜਗਦੀਸ਼, ਇਹ ਪੰਡਿਤ, ਇਹ ਕਿਹਨੇ ਲਿਖਿਆ ਸੀ? ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਲੈਣਾ ਕਿ ਕਿਹਨੇ ਲਿਖਿਆ ਸੀ। ਇਹ ਕਿਹਨੇ ਲਿਖਿਆ ਸੀ? ਆਪਣਾ ਪੰਡਿਤ ਸ਼ਾਰਦਾ ਰਾਮ ਫਲੋਰੀ। ਮੋਸਟ ਇੰਪੋਰਟੈਂਟ ਆ, ਮੈਂ ਬਾਰ-ਬਾਰ ਕਹਿ ਰਿਹਾ। ਮੈਂ ਜ਼ਰੂਰੀ ਨਹੀਂ ਕਿ ਜੇਕਰ ਪੀਪੀਐਸਸੀ 'ਚ ਰਿਪੀਟ ਹੋਇਆ PSSB 'ਚ ਨਹੀਂ ਹੋਏਗਾ ਜਾਂ ਨਹੀਂ ਹੋਇਆ ਹੋਏਗਾ, ਹੋ ਸਕਦਾ ਪਿਛਲੇ ਪੇਪਰਾਂ ਦੇ ਵਿੱਚ ਕਿਸੇ 'ਚ ਹੋਇਆ ਹੋਵੇ, ਮੇਰੇ ਦਿਮਾਗ ਦੇ ਵਿੱਚ ਨਹੀਂ, ਠੀਕ ਹੈ ਜੀ ਇੰਨਾ। ਸੋ ਪੀਪੀਐਸਸੀ ਦਾ ਮੈਨੂੰ ਸ਼ੋਰ ਆ ਕਿ ਇਹ ਕੁਐਸਚਨ ਆਇਆ ਹੋਇਆ ਵਾ ਪੀਪੀਐਸਸੀ ਦੇ ਕਿਸੇ ਪੇਪਰ 'ਚ। ਪੰਡਿਤ ਸ਼ਰਦਾ ਰਾਮ ਫਲੋਰੀ ਦੁਆਰਾ ਲਿਖਿਆ ਗਿਆ ਇੱਕ ਹਿੰਦੂ ਧਾਰਮਿਕ ਆਰਤੀ ਭਜਨ ਹੈ। ਇਹ ਪਰਮ ਭਗਵਾਨ ਵਿਸ਼ਨੂੰ ਜੀ ਨੂੰ ਸਮਰਪਿਤ ਹੈ ਅਤੇ ਜ਼ਿਆਦਾਤਰ ਵਿਸ਼ਨੂੰ ਮੰਦਰਾਂ ਦੇ ਵਿੱਚ ਗਾਇਆ ਜਾਂਦਾ ਹੈ। ਆਰਤੀ ਦੇ ਸਮੇਂ ਸਾਰੀ ਸੰਗਤ ਦੁਆਰਾ ਪ੍ਰਾਰਥਨਾ ਗਾਈ ਜਾਂਦੀ ਹੈ, ਜੋ ਕਿ ਸੱਤਿਆ ਸਨਾਤਨ ਪੂਜਾ ਦਾ ਹੀ ਇੱਕ ਰੂਪ ਹੈ, ਠੀਕ ਹੈ। ਬਸ ਆ ਪਹਿਲੀ ਲਾਈਨ ਜ਼ਿਆਦਾ ਇੰਪੋਰਟੈਂਟ ਬਣਦੀ ਹੈ ਤੁਹਾਡੇ ਲਈ, ਸੋ ਇਹ ਯਾਦ ਕਰ ਲਿਓ, ਠੀਕ ਹੈ। ਪੰਡਿਤ ਸ਼ਰਦਾ ਰਾਮ ਫਲੋਰੀ। ਨੈਕਸਟ ਆ ਗਿਆ। ਹੁਣ ਜੀ ਇੱਕ ਹੁੰਦਾ ਵਾ, ਇਹਦੇ ਵਿੱਚੋਂ ਕੁਐਸਚਨ ਹੁੰਦਾ ਕਿ ਪੰਚਤੰਤਰ ਦੀਆਂ ਜਿਹੜੀਆਂ ਕਹਾਣੀਆਂ ਦਾ ਸੰਕਲਨ ਕਿਹਨੇ ਕੀਤਾ ਸੀ ਜੀ? ਵਿਸ਼ਨੂੰ ਸ਼ਰਮਾ ਨੇ ਕੀਤਾ ਸੀ। ਇਹ ਵੀ ਕਰ ਲਿਓ, ਠੀਕ ਹੈ ਜੀ। ਇਹ ਵੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ। ਹੁਣ ਆ ਗਿਆ ਜੀ, ਆਪਾਂ ਥੋੜਾ ਜਿਹਾ ਮਹਾਕਾਵ ਐਪਿਕਸ ਦੇ ਬਾਰੇ ਪੜਾਂਗੇ, ਠੀਕ ਆ। ਸੋ ਇਹਦੇ ਵਿੱਚੋਂ ਵੀ ਪੇਪਰ ਦੇ ਵਿੱਚ ਸਿੱਧਾ ਡਾਇਰੈਕਟ ਕੁਐਸਚਨ ਬਣ ਜਾਂਦਾ ਵਾ, ਠੀਕ ਆ। ਹੁਣ ਕੀ ਬਣਦਾ ਵਾ ਮੈਂ ਤੁਹਾਨੂੰ ਦੱਸਦਾ। ਮੈਂ ਟੈਲੀਗ੍ਰਾਮ ਤੇ ਕੁਇਜ਼ ਵੀ ਪਾਇਆ ਸੀ। ਹੁਣ ਜੀ ਮਹਾਭਾਰਤ ਆ ਜਿਹੜਾ, ਉਹ ਸ਼੍ਰੀ ਵੇਦ ਵਿਆਸ ਜੀ ਦੁਆਰਾ ਲਿਖਿਆ ਗਿਆ ਹੈ, ਠੀਕ ਆ ਜੀ। ਰਾਮਾਇਣ ਤੋਂ ਵੀ ਪੁਰਾਣਾ ਹੈ ਮਹਾਭਾਰਤ, ਠੀਕ ਆ। ਮੂਲ ਰੂਪ ਦੇ ਵਿੱਚ ਮਹਾਭਾਰਤ ਵਿੱਚ 880 ਛੰਦ ਸਨ। ਇਸ ਨੂੰ ਵਧਾ ਕੇ 24,000 ਛੰਦਾਂ ਤੱਕ ਕਰ ਦਿੱਤਾ ਗਿਆ। ਅੰਤਮ ਸੰਕਲਨ ਨੇ ਆਇਤਾਂ ਦੀ ਗਿਣਤੀ ਆਪਣਾ 1 ਲੱਖ ਤੱਕ ਪਹੁੰਚਾ ਦਿੱਤੀ ਗਈ, ਠੀਕ ਹੈ ਜੀ। ਮਹਾਭਾਰਤ, ਜਿਸ ਨੂੰ ਕੁਰੂਕਸ਼ੇਤਰ ਦਾ ਯੁੱਧ ਵੀ ਕਿਹਾ ਜਾਂਦਾ। ਹੁਣ ਇਹਦੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਠੀਕ ਹੈ। ਮਹਾਭਾਰਤ ਕਿਹਨੂੰ ਹੈ? ਮਹਾਭਾਰਤ ਦੇ ਵਿੱਚ ਕੀ ਵਰਣਨ ਹੈ? ਆਪਣਾ ਕੁਰੂਕਸ਼ੇਤਰ ਦਾ ਯੁੱਧ ਵੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਕਿ ਹਿੰਦੂ ਮਹਾਕਾਵਿ ਮਹਾਭਾਰਤ ਵਿੱਚ ਵਰਣਿਤ ਇੱਕ ਯੁੱਧ ਹੈ ਜੋ ਕਿ 18 ਦਿਨਾਂ ਤੱਕ ਚੱਲਿਆ। ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਮੰਨਿਆ ਜਾਂਦਾ ਹੈ ਕਿ ਆਪਣਾ ਮਹਾਭਾਰਤ ਦਾ ਯੁੱਧ ਕਿੰਨੇ ਦਿਨਾਂ ਦੇ ਵਿੱਚ ਤੱਕ ਚੱਲਿਆ ਸੀ? ਪਾਂਡਵਾਂ ਤੇ ਕੌਰਵਾਂ ਦੇ ਵਿਚਕਾਰ ਲੜਿਆ ਗਿਆ ਸੀ। ਤੁਹਾਨੂੰ ਸਾਰਿਆਂ ਨੂੰ ਪਤਾ 18 ਦਿਨਾਂ ਲਈ। ਮੋਸਟ ਇੰਪੋਰਟੈਂਟ ਪੁਆਇੰਟ ਬਣਦਾ, ਠੀਕ ਹੈ ਜੀ। ਕੁਰੂ ਨਾਮਕ ਇੱਕ ਭਾਰਤੀ ਰਾਜ ਵਿੱਚ ਹਸਤੀਨਾਪੁਰਾ ਦੇ ਸਿੰਘਾਸਨ ਲਈ ਵੰਸ਼ਵਾਦੀ ਉੱਤਰਾਧਿਕਾਰੀ ਦੇ ਸੰਘਰਸ਼ ਦੇ ਕਾਰਨ ਚਚੇਰੇ ਭਰਾ ਸੀਗੇ ਇਹ ਕੌਰਵ ਤੇ ਪਾਂਡਵ, ਇਹਨਾਂ ਦੇ ਵਿਚਕਾਰ ਇਹ ਯੁੱਧ ਹੋ ਗਿਆ ਸੀ, ਠੀਕ ਹੈ। ਸੰਘਰਸ਼ ਪੈਦਾ ਹੋ ਗਿਆ ਸੀ। ਪਾਂਡਵਾਂ ਨੇ ਇਹ ਜੰਗ ਜਿੱਤ ਲਈ ਸੀ ਤੇ ਪਾਂਡਵਾਂ ਵਿੱਚੋਂ ਸਭ ਤੋਂ ਵੱਡੇ ਯੁਧਿਸ਼ਟਰ ਨੂੰ ਹਸਤੀਨਾਪੁਰ ਦਾ ਰਾਜਾ ਬਣਾ ਦਿੱਤਾ ਗਿਆ ਸੀ। ਸੋ ਇਹ ਬਹੁਤ ਇੰਪੋਰਟੈਂਟ ਸਾਰੇ ਪੁਆਇੰਟ ਆ, ਠੀਕ ਹੈ। ਉਹੀ ਐਡ ਕੀਤੇ ਆ ਜਿਹੜੇ ਪੇਪਰ ਦੇ ਵਿੱਚ ਜ਼ਿਆਦਾਤਰ ਪੁੱਛੇ ਜਾਂਦੇ ਨੇ।
ਹੁਣ ਆ ਗਿਆ ਜੀ ਰਮਾਇਣ ਬਾਰੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾ, ਠੀਕ ਆ। ਸੋ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਪੇਪਰ ਦੇ ਵਿੱਚ ਪਹਿਲਾ ਕੁਐਸਚਨ ਆਊਗਾ ਕਿ ਦੱਸੋ ਜੀ ਰਮਾਇਣ ਆ ਜਿਹੜੀ, ਠੀਕ ਆ, ਰਮਾਇਣ ਕਿਹਨਾਂ ਦੁਆਰਾ ਰਚਨਾ ਕੀਤੀ ਗਈ ਸੀ? ਇਹ ਕੀਤੀ ਗਈ ਸੀ ਮਹਾਰਿਸ਼ੀ ਵਾਲਮੀਕ ਦੁਆਰਾ। ਉਹ ਮਹਾਰਿਸ਼ੀ ਵੇਦ ਵਿਆਸ ਸੀਗੇ, ਠੀਕ ਆ, ਜਿਨ੍ਹਾਂ ਨੇ ਮਹਾਭਾਰਤ ਦੀ ਰਚਨਾ ਕੀਤੀ ਸੀ। ਜਿਨ੍ਹਾਂ ਨੇ ਆਪਣੀ ਰਮਾਇਣ ਦੀ ਰਚਨਾ ਕੀਤੀ ਸੀ ਉਹ ਕੌਣ ਸੀ? ਮਹਾਰਿਸ਼ੀ ਵਾਲਮੀਕ ਦੁਆਰਾ ਲਿਖੀ ਰਮਾਇਣ ਵਿੱਚ ਮੂਲ ਰੂਪ ਵਿੱਚ 6000 ਛੰਦ ਸਨ, ਜੋ ਕਿ ਵਧਾ ਕੇ 12000 ਅਤੇ ਅੰਤ ਵਿੱਚ 24000 ਤੱਕ ਛੰਦ ਤੱਕ ਪਹੁੰਚਾਏ ਗਏ ਨੇ, ਠੀਕ ਆ। ਸੋ ਮਹਾਰਿਸ਼ੀ ਵਾਲਮੀਕ ਪਹਿਲੀ ਸੰਸਕ੍ਰਿਤ ਕਵਿਤਾ ਆਦਿ ਕਵਿਆਂ ਦੇ ਰਚੇਤਾ ਸਨ, ਠੀਕ ਆ, ਜਿਸ ਨੂੰ ਵਿਸ਼ਵ ਭਰ ਵਿੱਚ ਮਹਾਕਾਵਿ ਰਮਾਇਣ ਭਗਵਾਨ ਰਾਮ ਜੀ ਦੀ ਕਹਾਣੀ ਵਜੋਂ ਜਾਣਿਆ ਜਾਂਦਾ ਹੈ। ਇਸ ਲਈ ਉਹਨਾਂ ਨੂੰ ਆਦਿ ਕਵੀ ਜਾਂ ਪਹਿਲਾ ਕਵੀ ਵੀ ਕਿਹਾ ਜਾਂਦਾ ਹੈ, ਠੀਕ ਆ। ਸੋ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਹੈ। ਮਹਾਰਿਸ਼ੀ ਵਾਲਮੀਕ ਨੂੰ ਜਿਹੜਾ ਜਾਂ ਤਾਂ ਉਹਨਾਂ ਨੂੰ ਆਪਣਾ ਆਦਿ ਕਵੀ ਕਿਹਾ ਜਾਂਦਾ, ਜਾਂ ਉਹਨਾਂ ਨੂੰ ਪਹਿਲਾ ਕਵੀ ਕਿਹਾ ਜਾਂਦਾ, ਜਾਂ ਕਵੀਆਂ ਦੇ ਕਵੀ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਵਾ, ਠੀਕ ਆ। ਸੋ 2-3 ਕੁਐਸਚਨ ਤੁਹਾਡੇ ਕਵਰ ਹੋ ਗਏ ਆ ਇਹਦੇ ਵਿੱਚ। ਹੁਣ ਨੈਕਸਟ ਕਰਦੇ ਹਾਂ ਜੀ ਆਪਾਂ, ਠੀਕ ਹੈ ਜੀ। ਸੋ ਅਗਰ ਤੁਹਾਨੂੰ ਪੰਜਾਬੀ ਦੇ ਵਿੱਚ ਦਿੱਕਤ ਆਵੇ ਤਾਂ ਤੁਸੀਂ ਇੰਗਲਿਸ਼ ਦੇ ਵਿੱਚ ਵੀ ਕਰ ਸਕਦੇ ਹੋ, ਠੀਕ ਆ। ਆਪਾਂ ਨਾਲ ਇੰਗਲਿਸ਼ ਐਡ ਕੀਤੀ ਆ, ਪਰ ਮੇਰਾ ਇਹੀ ਤੁਹਾਨੂੰ ਪਰਸਨਲ ਰਾਏ ਆ ਕਿ ਜਦੋਂ ਕੋਈ ਵੀ ਟੌਪਿਕ ਤੁਸੀਂ ਪੜ੍ਹਦੇ ਹੋ ਨਾ, ਕੋਸ਼ਿਸ਼ ਕਰਿਆ ਕਰੋ ਪੰਜਾਬੀ ਦੇ ਵਿੱਚ ਪੜ੍ਹਿਆ ਕਰੋ, ਕਿਉਂਕਿ ਪੰਜਾਬੀ ਦੇ ਵਿੱਚ ਇਹਦੇ ਨਾਲ ਇਹ ਨਹੀਂ ਹੁੰਦਾ ਗਾ ਕਿ ਹਾਂ ਆਪਾਂ ਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਇੰਗਲਿਸ਼ 'ਚ ਆਪਾਂ ਪੜ੍ਹ ਨਹੀਂ ਸਕਦੇ। ਪਰ ਤੁਸੀਂ ਖੁਦ ਦੇਖੋ, ਜਿਹੜੀ ਚੀਜ਼ ਤੁਸੀਂ ਆਪਣੀ ਮਾਂ ਬੋਲੀ, ਆਪਣੀ ਮਾਤ ਭਾਸ਼ਾ ਦੇ ਵਿੱਚ ਪੜ੍ਹ ਸਕਦੇ ਹੋ, ਉਹ ਚੀਜ਼ ਤੁਹਾਨੂੰ ਜ਼ਿਆਦਾ ਜਲਦੀ ਸਮਝ ਆਏਗੀ, ਖਾਸ ਕਰ ਜਿਹੜੀ ਚੀਜ਼ ਤੁਸੀਂ ਨਵੀਂ ਪੜ੍ਹ ਰਹੇ ਹੋ। ਹੁਣ ਮੰਨ ਲਓ ਤੁਸੀਂ ਇਹ ਪੰਜਾਬੀ ਦੇ ਵਿੱਚ ਪੜ੍ਹ ਲਿਆ ਤੇ ਇੰਗਲਿਸ਼ ਦੇ ਵਿੱਚ MCQ ਆਊਗਾ, ਤੁਸੀਂ ਕਰ ਦੋਗੇ, ਕਿਉਂਕਿ ਪੰਜਾਬੀ ਦੇ ਵਿੱਚ ਤੁਸੀਂ ਉਹਦੀ ਡਿਟੇਲ ਪੜ੍ਹ ਚੁੱਕੇ ਹੋ, ਠੀਕ ਹੈ। ਬਾਕੀ ਤੁਹਾਡੀ ਆਪਦੀ ਇੱਛਾ ਵਾ, ਤੁਸੀਂ ਇੰਗਲਿਸ਼ ਪੜ੍ਹਨਾ ਇੰਗਲਿਸ਼ ਪੜ੍ਹੋ, ਆਪਾਂ ਤੁਹਾਨੂੰ ਦੋਨੇ ਚੀਜ਼ਾਂ ਐਡ ਕੀਤੀਆਂ ਹੋਈਆਂ ਨੇ, ਠੀਕ ਹੈ। ਨੈਕਸਟ ਹੁਣ ਆ ਗਿਆ ਜੀ ਆਪਣਾ ਮੇਨ ਟੌਪਿਕ, ਜਿਹਦੇ ਵਿੱਚ ਕਿ ਬੁੱਧਿਜ਼ਮ ਤੇ ਜੈਨ, ਬੁੱਧ ਧਰਮ ਤੇ ਜੈਨ ਧਰਮ ਬਾਰੇ ਪੜਾਂਗੇ, ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਜ਼ਰੂਰੀ ਇਹ ਆ ਕਿ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ 6ਵੀਂ ਸਦੀ ਦੇ ਈਸਾ ਪੂਰਵ ਦੇ ਦੌਰਾਨ, BC ਦੇ ਦੌਰਾਨ, ਠੀਕ ਹੈ ਜੀ, ਮਹਾਨ ਧਾਰਮਿਕ ਉਥਲ ਪਥਲ ਜਾਂ ਬੌਧਿਕ ਕ੍ਰਾਂਤੀ ਦਾ ਦੌਰ ਸੀ। ਇਸ ਕਾਲ ਵਿੱਚ ਉੱਭਰੇ ਵੱਖ-ਵੱਖ ਸੰਪਰਦਾਵਾਂ ਵਿੱਚੋਂ ਜੈਨ ਧਰਮ ਅਤੇ ਬੁੱਧ ਧਰਮ ਸਭ ਤੋਂ ਪ੍ਰਮੁੱਖ ਸੀ, ਠੀਕ ਹੈ ਜੀ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਜੈਨਿਜ਼ਮ ਪੜ੍ਹ ਲੈਂਦੇ ਹਾਂ, ਠੀਕ ਹੈ, ਫਿਰ ਆਪਾਂ ਬੁੱਧਿਜ਼ਮ ਪੜ੍ਹ ਲਾਂਗੇ। ਹੁਣ ਜੀ ਇਹਦੀ ਸਥਾਪਨਾ, ਇਹਦੀ ਮੰਨਿਆ ਜਾਂਦਾ ਕਿ ਇਸ ਦੀ ਸਥਾਪਨਾ ਜਿਹੜੀ ਸੀ, ਠੀਕ ਹੈ, ਜੈਨਿਜ਼ਮ ਦੀ, ਇਹ ਕੀਤੀ ਗਈ ਸੀ। ਇਹਨਾਂ ਦੇ ਫਾਊਂਡਰ ਕੌਣ ਸੀ? ਰਿਸ਼ਭਨਾਥ, ਠੀਕ ਹੈ, ਪ੍ਰਤੀਕ ਬਲ ਜਿਹਨਾਂ ਨੂੰ ਕਿਹਾ ਜਾਂਦਾ ਹੈ, ਦੁਆਰਾ ਕੀਤੀ ਗਈ ਸੀ। ਇਸ ਨੂੰ ਵਿਸ਼ਨੂੰ ਪੁਰਾਣ ਅਤੇ ਭਾਗਵਤ ਪੁਰਾਣ ਲਈ ਨਾਰਾਇਣ ਦਾ ਅਵਤਾਰ ਦੱਸਿਆ ਗਿਆ ਹੈ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਹੈ, ਸਟਾਰ ਮਾਰਕ ਕਰ ਲਓ। ਨੈਕਸਟ ਆ ਗਿਆ ਜੀ ਸਾਡਾ, ਹੁਣ ਜੀ ਜੈਨ ਧਰਮ ਦੇ ਵਿੱਚ ਨਾ 24 ਤੀਰਥੰਕਰ ਹੁੰਦੇ ਨੇ। ਤੀਰਥੰਕਰ ਮਤਲਬ ਹੁੰਦਾ ਵਾ ਕਿ ਗੁਰੂ, ਠੀਕ ਹੈ ਜੀ, ਗੁਰੂ ਸਨ। ਇਹਨਾਂ ਦੇ ਪਹਿਲੇ ਸੀਗੇ ਜੀ ਰਿਸ਼ਭਨਾਥ, ਜਿਹੜੇ ਮੈਂ ਤੁਹਾਨੂੰ ਉੱਪਰ ਦੱਸਿਆ ਵਾ, ਠੀਕ ਆ, ਜਿਹੜਾ ਜੈਨਿਜ਼ਮ ਨੂੰ ਫਾਊਂਡ ਕੀਤਾ ਸੀ ਜਿਨ੍ਹਾਂ ਨੇ, ਠੀਕ ਆ, ਇਹ ਪਹਿਲੇ ਸੀਗੇ। ਉਸ ਤੋਂ ਬਾਅਦ ਵੀ ਆਉਂਦੇ ਨੇ, ਠੀਕ ਆ ਜੀ। ਸੋ 22 ਇਹਦੇ 23 ਆ ਜਾਂਦੇ ਨੇ। ਸੋ ਜਿਹੜੇ ਆਪਣੇ ਲਾਸਟ 24ਵੇਂ, ਠੀਕ ਆ, ਤੀਰਥੰਕਰ ਸੀਗੇ, ਜਿਨ੍ਹਾਂ ਵਰਗੇ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ ਜੈਨਿਜ਼ਮ ਦੇ ਵਿੱਚੋਂ। ਵਰਧਮਾਨ ਮਹਾਵੀਰ, ਠੀਕ ਆ, ਜਿਨ੍ਹਾਂ ਨੂੰ ਪ੍ਰਤੀਕ ਐਂਬਲਮ, ਇਹਦਾ ਪ੍ਰਤੀਕ ਕੀ ਸੀ? ਇਹਨਾਂ ਦਾ ਸ਼ੇਰ ਸੀ, ਠੀਕ ਆ। ਕਈ ਵਾਰ ਐਵੇਂ ਪੁੱਛ ਲੈਂਦੇ ਕਿ ਇਹਨਾਂ ਦੇ 24ਵੇਂ ਜਿਹੜੇ ਤੀਰਥੰਕਰ ਸੀ, ਇਹਨਾਂ ਦਾ ਪ੍ਰਤੀਕ ਕੀ ਸੀ? ਇਹ ਸੀਗਾ ਜੀ ਸ਼ੇਰ। ਬਸ ਸਿੰਪਲ ਹੀ ਜ਼ਿਆਦਾ ਮਹਾਵੀਰ, ਵਰਧਮਾਨ ਮਹਾਵੀਰ ਤੇ 24ਵੇਂ ਗੁਰੂ ਸਨ ਇਹਨਾਂ ਦੇ, ਠੀਕ ਆ ਜੀ, ਇਹ ਯਾਦ ਰੱਖਣਾ। ਹੁਣ ਜੀ ਆਪਾਂ ਉਹਨਾਂ ਦੀ ਜੀਵਨੀ ਬਾਰੇ ਪੜ੍ਹ ਲੈਂਦੇ ਹਾਂ ਜੀ। ਮਹਾਵੀਰ ਜੀ ਦੀ ਜੀਵਨੀ। ਹਾਂਜੀ, ਵਰਧਮਾਨ ਮਹਾਵੀਰ ਜਾਂ ਜੀਤਨਾ ਜੇਤੂ ਦਾ ਜਨਮ ਬਿਹਾਰ ਦੇ ਵਿਸ਼ਾਲੀ ਦੇ ਨੇੜੇ ਕੁੰਡਲ ਗ੍ਰਾਮ ਵਿਖੇ ਹੋਇਆ। ਪੇਪਰ 'ਚ ਆਹ ਕੁਐਸਚਨ ਬਣਦਾ, ਕਿੱਥੇ ਹੋਇਆ? ਕੁੰਡਲ ਗ੍ਰਾਮ। ਚੰਗੀ ਤਰ੍ਹਾਂ ਯਾਦ ਕਰ ਲਓ ਜੀ। 540 ਈਸਵੀ ਪੂਰਵ ਵਿੱਚ ਸਿਧਾਰਥ ਜਾਤਰਿਕ ਕਬੀਲੇ ਦਾ ਮੁਖੀ ਅਤੇ ਤ੍ਰਿਸ਼ਲਾ ਅਤੇ ਚੇਤਕ ਦੀ ਭੈਣ ਦੇ ਘਰ ਹੋਇਆ ਸੀ, ਠੀਕ ਹੈ। ਮੇਨ ਇਹਦੇ ਵਿੱਚ ਆਹੀ ਆ ਕਿ ਕਿੱਥੇ ਹੋਇਆ ਸੀ? ਕੁੰਡਲ ਗ੍ਰਾਮ ਦੇ ਵਿੱਚ ਹੋਇਆ ਸੀ, ਠੀਕ ਹੈ। ਨੈਕਸਟ ਆਪਾਂ ਜਾਂਦੇ ਹਾਂ ਜੀ। ਹਾਂਜੀ, ਉਹਨਾਂ ਦਾ ਵਿਆਹ ਕਿਹਦੇ ਨਾਲ ਹੋਇਆ ਸੀ? ਪਹਿਲੀ ਗੱਲ ਤਾਂ ਉਹਨਾਂ ਦਾ ਵਿਆਹ ਤੁਹਾਨੂੰ ਧਰਮ ਪਤਨੀ ਯਾਦ ਹੋਣੇ ਚਾਹੀਦੇ ਆ ਉਹਨਾਂ ਦੇ, ਠੀਕ ਹੈ। ਯਸ਼ੋਦਾ ਨਾਲ ਵਿਆਹ ਹੋਇਆ ਸੀ। ਉਹਨਾਂ ਦੀ ਇੱਕ ਧੀ ਦਾ ਨਾਮ ਵੀ ਯਾਦ ਹੋਣਾ ਚਾਹੀਦਾ, ਪ੍ਰਿਆਦਰਸ਼ਨ ਸੀ। ਤੇ ਆਹ ਸਭ ਤੋਂ ਇੰਪੋਰਟੈਂਟ ਆ, ਉਹਨਾਂ ਦੇ ਜਿਹੜੇ ਪਹਿਲਾ ਚੇਲਾ ਕੌਣ ਬਣਿਆ ਸੀ? ਜਮਾਲੀ, ਜੋ ਕਿ ਉਹਨਾਂ ਦੀ ਧੀ ਪ੍ਰਿਆਦਰਸ਼ਨ ਸੀ, ਜਿਸ ਦਾ ਪਤੀ ਹੀ ਸੀ, ਠੀਕ ਆ। ਮਤਲਬ ਉਹਨਾਂ ਦੇ ਜਮਾਈ ਹੋ ਗਏ ਤਾਂ ਜਮਾਲੀ ਉਹਨਾਂ ਦਾ ਪਹਿਲਾ ਚੇਲਾ ਸੀ, ਠੀਕ ਆ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਪੇਪਰ ਦੇ ਵਿੱਚ, ਇਹ ਚੀਜ਼ ਆਉਂਦੀ ਆ ਕਿ ਕੌਣ ਕਿਹਦੇ ਪਹਿਲੇ ਚੇਲੇ ਸੀ, ਠੀਕ ਆ। ਨੈਕਸਟ ਚੱਲਦੇ ਹਾਂ ਜੀ। ਹੁਣ ਜੀ ਤਿਆਗ ਹੋਇਆ ਜੀ 30 ਸਾਲ ਦੀ ਉਮਰ 'ਚ। ਹੁਣ ਕਈ ਜਗ੍ਹਾ ਦੇ ਉੱਤੇ 28 ਸਾਲ ਵੀ ਲਿਖਿਆ ਹੋਇਆ, ਪੇਪਰ ਦੇ ਵਿੱਚ ਤੁਹਾਨੂੰ 30 ਵੀ ਲਿਖਿਆ ਆ ਸਕਦਾ, ਠੀਕ ਆ। ਅਲੱਗ-ਅਲੱਗ ਬੁੱਕਸ ਤੇ ਅਲੱਗ-ਅਲੱਗ ਉਹ ਮੈਂਸ਼ਨ ਆ। 30 ਸਾਲ ਦੀ ਉਮਰ ਦੇ ਵਿੱਚ ਉਹ ਇੱਕ ਸੰਨਿਆਸੀ ਬਣ ਗਏ ਅਤੇ ਉਹਨਾਂ ਨੇ ਕੀ ਕੀਤਾ ਜੀ? ਪਰਸਵਨਾਥ ਦੁਆਰਾ ਸਥਾਪਿਤ ਇੱਕ ਆਦੇਸ਼ ਵਿੱਚ ਸ਼ਾਮਲ ਹੋ ਗਏ, ਪਰ ਬਾਅਦ ਵਿੱਚ ਉਹਨਾਂ ਨੇ ਇਹਨੂੰ ਛੱਡ ਦਿੱਤਾ। ਉਹ ਗੋਸਾਲਾ ਅਜੀਪਾ ਸੰਪਰਦਾ ਦੇ ਬਾਣੀ ਦੇ ਨਾਲ ਲਈ 6 ਸਾਲ ਭਟਕਦੇ ਰਹੇ। ਹੁਣ ਦੇਖੋ ਜੀ, ਆਹ PPSC ਨਾਇਬ ਤਹਿਸੀਲਦਾਰ ਦੇ ਵਿੱਚ ਕੁਐਸਚਨ ਆਇਆ ਹੋਇਆ ਵਾ, ਜਿਹੜਾ ਮੈਂ ਹੁਣੇ ਤੁਹਾਨੂੰ MCQ ਪਾਇਆ ਵੀ ਸੀ ਟੈਲੀਗ੍ਰਾਮ ਦੇ ਉੱਤੇ। 42 ਸਾਲ ਦੀ ਉਮਰ ਦੇ ਵਿੱਚ ਉਹ ਕਹਿੰਦੇ ਜੀ ਰੁਜ਼ੂ ਪਾਲਿਕਾ ਨਦੀ ਦੇ ਕੰਢੇ ਜਿੰਬੀ ਕਰਾ ਗ੍ਰਾਮ ਵਿੱਚ 1 ਸਾਲ ਦੇ ਰੁੱਖ ਦੇ ਹੇਠਾਂ ਉਹਨਾਂ ਦੀ ਸੰਪੂਰਨ ਗਿਆਨ ਦੀ ਪ੍ਰਾਪਤੀ ਹੋਈ। ਦੇਖੋ ਜੀ, ਪੇਪਰ ਦੇ ਵਿੱਚ ਇਹੀ ਆਇਆ ਸੀ ਕਿ 28 ਸਾਲ ਉਹ ਕਰਨ ਤੋਂ ਬਾਅਦ ਉਹਨਾਂ ਨੇ 12 ਸਾਲ ਬਾਅਦ ਉਹਨਾਂ ਨੂੰ ਮਤਲਬ ਕੀ ਕਿਹਾ ਜਾਂਦਾ ਸੀ? ਵਰਧਮਾਨ ਮਹਾਵੀਰਾਂ ਨੂੰ ਉਹਨੂੰ ਕੀ ਕਿਹਾ ਜਾਂਦਾ? ਕੈਵਲਿਆ ਕਿਹਾ ਜਾਂਦਾ, ਮਤਲਬ ਕਿ ਸੰਪੂਰਨ ਗਿਆਨ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਸੀ, ਠੀਕ ਆ। ਇੰਪੋਰਟੈਂਟ ਕੁਐਸਚਨ ਬਣਦਾ PPSC 2022,
मैं तुहानूं बार-बार कहा PPSC 2022 नायब तहसीलदार का पेपर चक के देख लो, उहदे विच पुछया गया क्वेश्चन है, ठीक है जी। सो नैक्सट चलते हैं जी आपां हुण जी 72 साल की उम्र विच 468 ईस्वी पूर्व विच, ठीक है 468 BC ਦੇ ਵਿੱਚ ਰਾਜਗ੍ਰਹਿ ਨੇੜੇ ਪਾਵਾਪੁਰੀ ਵਿਖੇ ਉਹਨਾਂ ਦੀ ਮੌਤ ਹੋ ਗਈ। ਆਹ ਨਾਮ ਯਾਦ ਕਰਨਾ ਜਿਹੜਾ ਮੇਰਾ ਯੈਲੋ ਕੀਤਾ, ਠੀਕ ਹੈ। ਪਾਵਾਪੁਰੀ ਦੇ ਵਿੱਚ ਪੇਪਰ ਦੇ ਵਿੱਚ ਇਹੀ ਕੁਐਸਚਨ ਆ, ਕਿੱਥੇ ਮੌਤ ਹੋਈ ਸੀ ਇਹਨਾਂ ਦੀ? ਪਾਵਾਪੁਰੀ। ਹੁਣ ਉਹਨਾਂ ਦੇ ਪੈਰੋਕਾਰ ਜਿਹੜੇ ਮਤਲਬ ਉਹਨਾਂ ਦੇ ਫੋਲੋਅਰਸ ਨੇ, ਠੀਕ ਆ, ਉਹਨਾਂ ਨੂੰ ਜਾਂ ਤਾਂ ਨਿਰਗ੍ਰੰਥ ਕਿਹਾ ਜਾਂਦਾ ਜਾਂ ਜੈਨ ਕਿਹਾ ਜਾਂਦਾ ਵਾ, ਠੀਕ ਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਹੁਣ ਜੀ ਇੱਕ ਚੀਜ਼ ਹੋਰ ਯਾਦ ਰੱਖਿਓ, ਹੁਣ ਇਹ ਪੇਪਰ ਦੇ ਵਿੱਚ ਆ ਵੀ ਆਏਗਾ ਕਿ ਭਾਰਤ ਦਾ ਉਹ ਕਿਹੜਾ ਆਖਰੀ ਸ਼ਾਸਕ ਨਹੀਂ ਜਿਹਨੇ ਆਪਣੇ ਆਖਰੀ ਦਿਨਾਂ ਦੇ ਵਿੱਚ ਜੈਨ ਧਰਮ ਨੂੰ ਅਪਣਾ ਲਿਆ ਸੀ? ਕੌਣ ਸੀ ਜੀ? ਚੰਦਰਗੁਪਤ ਮੌਰੀਆ ਸੀਗਾ, ਠੀਕ ਹੈ ਜੀ। ਹੁਣ ਨੈਕਸਟ ਚੱਲਦੇ ਹਾਂ ਜੀ। ਹੁਣ ਪੰਚੋ ਮਹਾਵਰਤ ਜਿਹੜੇ ਕਿ ਜੈਨ ਧਰਮ ਦੇ ਆਪਾਂ ਕਹਿ ਸਕਦੇ ਹਾਂ ਕਿ 5 ਸਿਧਾਂਤ, ਠੀਕ ਆ। ਸੋ ਇਹ ਨੇ ਹੁਣ ਜੈਨ ਧਰਮ ਦੇ ਜਿਹੜੇ 5 ਸਿਧਾਂਤ ਕਿਹੜੇ ਕਿਹੜੇ ਸੀ ਜੀ? ਇੱਕ ਤਾਂ ਸੀਗਾ ਜੀ ਗੈਰ ਚੋਟ, ਮਤਲਬ ਅਹਿੰਸਾ ਕਰਨੀ ਆ, ਅਹਿੰਸਾ ਨਾਲ ਰਹਿਣਾ, ਠੀਕ ਆ। ਗੈਰ ਝੂਠ ਮਤਲਬ ਸੱਤਿਆ ਦਾ ਪਾਲਣ ਕਰਨਾ ਵਾ, ਠੀਕ ਆ। ਗੈਰ ਚੋਰੀ ਮਤਲਬ ਅਸੱਤਿਆ ਨਹੀਂ ਉਹ ਕਰਨਾ ਉਹਨਾਂ ਨੇ, ਠੀਕ ਆ ਜੀ। ਸੋ ਗੈਰ ਕਬਜ਼ਾ, ਠੀਕ ਆ ਜੀ। ਨੌਨ ਪੋਜੈਸ਼ਨ ਹੋ ਗਿਆ, ਠੀਕ ਆ ਜੀ। ਬ੍ਰਹਮਚਾਰੀ ਜੀਵਨ ਦਾ ਪਾਲਣ ਕਰਨਾ। ਇਹ ਪੰਜੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਇੰਗਲਿਸ਼ 'ਚ ਕਰਨੀ ਹੈ ਇੰਗਲਿਸ਼ 'ਚ ਕਰ ਦਿਓ, ਆਪਣਾ ਪੰਜਾਬੀ 'ਚ ਕਰਨਾ ਪੰਜਾਬੀ 'ਚ ਕਰ ਦਿਓ, ਇਹ ਤੁਹਾਡੀ ਇੱਛਾ ਵਾ। ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਦੇ ਵਿੱਚ ਉਹ ਤੁਹਾਨੂੰ 4 ਆਪਸ਼ਨ ਦੇ ਕੇ ਕਹਿ ਦੇਣਗੇ ਦੱਸੋ ਜੈਨ ਧਰਮ ਦੇ ਜਿਹੜੇ ਜੈਨਿਜ਼ਮ ਦੇ 5 ਪ੍ਰਿੰਸੀਪਲ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਗਾ ਇੱਕ, ਠੀਕ ਆ। ਸੋ ਆਹ ਯਾਦ ਹੋਣਾ ਚਾਹੀਦਾ ਵਾ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ। ਸੋ ਆਪਣਾ ਜੈਨ ਧਰਮ ਸਿਰਫ ਇੰਨਾ ਹੀ ਕਰਨਾ। ਵੈਸੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਬਹੁਤ ਵੱਡਾ ਟੌਪਿਕ ਆ ਇਹ, ਠੀਕ ਹੈ। ਜੇ ਕਰਨ ਲੱਗ ਗਏ ਤਾਂ ਤੁਹਾਨੂੰ ਪੂਰਾ ਦਿਨ ਲੱਗ ਸਕਦਾ ਵਾ ਕਰਨ ਨੂੰ ਇਹਨੂੰ। ਸੋ ਆਪਾਂ ਸਿਰਫ ਉਹੀ ਕਰ ਰਹੇ ਹਾਂ ਜਿਹੜੇ ਆਪਾਂ ਨੂੰ ਪੇਪਰ ਪਿਛਲੇ ਪੇਪਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੁਐਸਚਨ ਬਣਦੇ ਨੇ ਜਾਂ ਅੱਗੇ ਬਣ ਸਕਦੇ ਨੇ। ਹੁਣ ਜੀ ਬੁੱਧ ਧਰਮ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਬੁੱਧ ਧਰਮ ਜੋ ਕਿ ਗੌਤਮ ਬੁੱਧ ਜੀ, ਠੀਕ ਹੈ ਜੀ, ਜਿਸ ਨੂੰ ਸ਼ਾਕਯਮੁਨੀ ਜਾਂ ਤਥਾਗਤ ਵੀ ਕਿਹਾ ਜਾਂਦਾ ਹੈ, ਦੁਆਰਾ ਸਥਾਪਿਤ ਕੀਤਾ ਗਿਆ ਸੀ, ਜੋ ਅਸਲ ਵਿੱਚ ਸਿਧਾਰਥ ਵਜੋਂ ਸਿਧਾਰਥ ਗੌਤਮ ਵਜੋਂ ਵੀ ਜਾਣਿਆ ਜਾਂਦਾ, ਠੀਕ ਆ। ਉਹਨਾਂ ਦੇ ਇਹੀ ਪੁੱਛਣਗੇ ਬਚਪਨ ਦਾ ਨਾਮ ਕੀ ਸੀ ਜਾਂ ਉਹਨਾਂ ਦਾ ਪਹਿਲਾ ਅਰਲੀਅਰ ਕੀ ਕਿਹਾ ਜਾਂਦਾ ਸੀ? ਆਪਣੇ ਗੌਤਮ ਬੁੱਧ ਜੀ ਨੂੰ ਕੀ ਕਿਹਾ ਜਾਂਦਾ ਸੀ ਜੀ? ਆਪਣੇ ਬੁੱਧ ਧਰਮ ਦੇ ਸੰਸਥਾਪਕ ਸੀ। ਪਹਿਲੀ ਗੱਲ ਤਾਂ ਇਹ ਯਾਦ ਰੱਖਣਾ, ਠੀਕ ਆ। ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਸੋ ਇਹਨਾਂ ਨੂੰ ਪਹਿਲਾਂ ਕੀ ਕਿਹਾ ਜਾਂਦਾ? ਸਿਧਾਰਥ ਜਾਂ ਸਿਧਾਰਥ ਗੌਤਮ ਵੀ ਲਿਖਿਆ ਆ ਸਕਦਾ, ਠੀਕ ਆ, ਆਪਸ਼ਨ ਦੇ ਵਿੱਚ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ। ਹੁਣ ਜੀ ਇਹਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ, ਸੋ ਇਹਨੂੰ ਬਿਲਕੁਲ ਵੀ ਤੁਸੀਂ ਇਗਨੋਰ ਨਹੀਂ ਕਰਨਾ, ਠੀਕ ਆ। ਬੁੱਧ ਧਰਮ ਦੇ ਵਿੱਚੋਂ ਵੀ ਪੂਰੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਜੇਕਰ ਇੰਪੋਰਟੈਂਟ ਐਂਸ਼ੀਅੰਟ ਹਿਸਟਰੀ 'ਚੋਂ ਪੇਪਰ ਦੇ ਵਿੱਚ ਕੁਐਸਚਨ ਬਣਾਉਣਾ ਚਾਹੇ ਤਾਂ ਜ਼ਿਆਦਾਤਰ ਐਗਜ਼ਾਮੀਨਰ ਇਹ 2 ਟੌਪਿਕ ਦੇ ਇੱਕ ਐਂਸ਼ੀਅੰਟ ਹਿਸਟਰੀ ਦਾ ਜਿਹੜਾ ਆਪਾਂ ਪਹਿਲਾਂ ਕੀਤਾ ਸੀ ਨਾ ਇੰਡਸ ਵੈਲੀ ਸਿਵਲਾਈਜੇਸ਼ਨ, ਜ਼ਿਆਦਾਤਰ ਇਹ 3 ਟੌਪਿਕ ਦੇ ਉੱਤੇ ਫੋਕਸ ਕਰਦਾ ਹੁੰਦਾ ਐਗਜ਼ਾਮੀਨਰ। ਚਾਹੇ ਤੁਸੀਂ ਕੋਈ ਵੀ ਪੇਪਰ ਚੱਕ ਕੇ ਦੇਖ ਲਓ, ਠੀਕ ਆ। ਵੈਸੇ ਹੋਰ ਵੀ ਆ ਸਕਦੇ, ਇੱਦਾਂ ਨਹੀਂ ਆ ਸਕਦੇ, ਪਰ ਜ਼ਿਆਦਾ ਫੋਕਸ ਇਹਨਾਂ 3 ਟੌਪਿਕ ਦੇ ਉੱਤੇ ਹੁੰਦਾ ਵਾ, ਠੀਕ ਆ। ਗੌਤਮ ਬੁੱਧ, ਉਹਨਾਂ ਦਾ ਜਨਮ ਜੀ 563 BC ਦੇ ਵਿੱਚ ਕਿੱਥੇ ਹੋਇਆ ਜੀ? ਲੁੰਬਨੀ ਦੇ ਵਿੱਚ ਹੋਇਆ। ਪਹਿਲਾਂ ਤਾਂ ਕਪਿਲ ਵਸਤੂ ਦੇ ਸ਼ਾਕਿਆ ਕਸ਼ਤਰੀਆ ਕਬੀਲੇ ਦੇ ਵਿੱਚ ਲੁੰਬਨੀ ਵਿਖੇ ਵੈਸ਼ਾਖ ਪੂਰਨਿਮਾ ਦੇ ਦਿਨ ਹੋਇਆ। ਬਹੁਤ ਇੰਪੋਰਟੈਂਟ ਬਣਦਾ ਵਿਸਾਖ ਪੂਰਨਿਮਾ ਜੇਕਰ ਆਪਾਂ ਗੱਲ ਕਰੀਏ, ਠੀਕ ਆ। ਵਿਸਾਖ ਪੂਰਨਿਮਾ ਦੇ ਦਿਨ ਇਹਨਾਂ ਦਾ ਜਨਮ ਹੋਇਆ ਸੀ, ਠੀਕ ਆ। ਸੋ 3 ਆਪਣੇ ਇਹਨਾਂ ਦੇ ਜੀਵਨ ਦੇ ਮਹੱਤਵਪੂਰਨ ਉਹ ਹੋਏ ਸੀ, ਠੀਕ ਆ। ਉਹ ਅੱਗੇ ਮੈਂ ਐਡ ਕੀਤਾ ਹੋਇਆ ਕਿ ਵਿਸਾਖ ਪੂਰਨਿਮਾ ਕਿਉਂ ਵੀ ਮਹੱਤਵਪੂਰਨ ਮੰਨੀ ਜਾਂਦੀ ਆ, ਠੀਕ ਆ, ਆਪਣੇ ਬੁੱਧ ਧਰਮ ਲਈ। ਨੈਕਸਟ ਆ ਗਿਆ ਹੁਣ ਜੀ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ? ਉਹਨਾਂ ਦੇ ਪਿਤਾ ਜੀ ਆਪਣੇ ਸੁਸ਼ੋਧਨ ਸਾਕ ਸ਼ਾਸਕ ਸਨ, ਠੀਕ ਆ। ਉਹਨਾਂ ਦੀ ਮਾਂ ਮਹਾਪਾਇਆ ਦੀ ਮੌਤ, ਜਦੋਂ ਉਹਨਾਂ ਦੀ ਮੌਤ ਹੋ ਗਈ ਤਾਂ ਮਾਂ ਦੀ, ਠੀਕ ਆ ਜੀ, ਮਾਤਾ ਜੀ ਦੀ, ਜਦੋਂ ਉਹਨਾਂ ਦੀ ਮੌਤ ਹੋ ਗਈ ਤਾਂ ਉਸਦੇ ਜਨਮ ਦੇ 7 ਦਿਨਾਂ ਬਾਅਦ ਮਤਲਬ ਮੌਤ ਹੋ ਗਈ ਸੀ। ਤਾਂ ਉਹਨਾਂ ਦਾ ਪਾਲਣ ਪੋਸ਼ਣ ਮਤਰੇਈ ਮਾਂ ਉਹਨਾਂ ਦੇ, ਠੀਕ ਆ, ਜੋ ਸਟੈਪ ਮਦਰ ਸੀਗੇ ਗੌਤਮੀ ਜੀ ਨੇ ਦੁਆਰਾ ਕੀਤਾ ਗਿਆ ਸੀ, ਠੀਕ ਆ। ਮਹਾਤਮਾ ਬੁੱਧ ਦੀ ਗੱਲ ਹੋ ਰਹੀ ਆ, ਇਹ ਯਾਦ ਰੱਖਣਾ। ਹੁਣ ਜੀ ਉਹਨਾਂ ਦਾ ਵਿਆਹ ਕਿਹਦੇ ਨਾਲ ਹੋਇਆ ਸੀ, ਠੀਕ ਆ? ਮਹਾਤਮਾ ਬੁੱਧ ਜੀ ਦਾ ਕਿਹਦੇ ਨਾਲ ਹੋਇਆ ਸੀ ਜੀ? ਇਹ ਹੋਇਆ ਸੀ ਜੀ ਯਸ਼ੋਧਰਾ ਜੀ ਨਾਲ ਵਿਆਹ ਹੋਇਆ। ਤੇ ਉਹਨਾਂ ਦੇ ਪੁੱਤਰ ਦਾ ਨਾਮ ਕੀ ਸੀ? ਰਾਹੁਲ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਪੇਪਰ ਦੇ ਵਿੱਚ। ਕੁਐਸਚਨ ਆਊਗਾ ਕਿ ਮਹਾਤਮਾ ਬੁੱਧ ਜੀ ਦੇ ਪੁੱਤਰ ਦਾ ਨਾਮ ਕੀ ਸੀ, ਠੀਕ ਆ ਜੀ। ਸਨ ਦਾ ਨਾਮ ਕੀ ਸੀ? ਰਾਹੁਲ। ਯਾਦ ਰੱਖਣਾ, ਬਹੁਤ ਇੰਪੋਰਟੈਂਟ ਬਣਦਾ। ਹੁਣ ਜੀ ਪੇਪਰ ਦੇ ਵਿੱਚ ਉਹਨਾਂ ਦੇ ਟੀਚਰਸ ਦਾ ਨਾਮ ਵੀ ਆ ਜਾਂਦਾ ਵਾ ਕਿ ਹਾਂ ਦੱਸੋ ਜੀ ਮਹਾਤਮਾ ਬੁੱਧ ਜੀ ਦੇ ਟੀਚਰਸ ਕਿਹੜੇ ਸੀ, ਠੀਕ ਆ। ਉਹਨਾਂ ਦੇ ਟੀਚਰਸ ਦਾ ਨਾਮ ਸੀਗਾ, ਇੱਕ ਤਾਂ ਸੀਗਾ ਅਲਾਰਾ ਕਲਾਮਾ, ਠੀਕ ਆ ਜੀ, ਇੱਕ ਸੀਗਾ ਉਦਰਾਕਾ ਰਾਮਪੁੱਤਰਾ। ਬਹੁਤ ਇੰਪੋਰਟੈਂਟ। ਮੈਂ ਇੱਕ ਚੀਜ਼ ਹੋਰ ਪੁਆਇੰਟ ਤੁਹਾਨੂੰ ਐਡ ਕਰਤਾ, ਇਹ ਵੀ ਬਹੁਤ ਇੰਪੋਰਟੈਂਟ ਆ, ਉੱਪਰ ਵਾਲਾ ਵੀ ਇੰਪੋਰਟੈਂਟ ਆ, ਠੀਕ ਆ ਜੀ। ਨੈਕਸਟ ਆ ਗਿਆ ਜੀ। ਹੁਣ ਜੀ ਹੋਇਆ ਕੀ ਸੀ ਜੀ? ਉਹਨਾਂ ਨੇ ਨਾ ਇੱਕ ਕ੍ਰਮ ਦੇ ਵਿੱਚ 4 ਦ੍ਰਿਸ਼ ਦੇਖ ਲਏ ਸੀ, ਜਿਹਦੇ ਵਿੱਚ ਉਹਨਾਂ ਨੇ ਬੁੱਢਾ ਆਦਮੀ ਦੇਖ ਲਿਆ, ਬਿਮਾਰ ਆਦਮੀ ਦੇਖ ਲਿਆ, ਮੁਰਦਾ ਸਰੀਰ ਦੇਖਿਆ ਤੇ ਇੱਕ ਸੰਨਿਆਸੀ ਨੇ। ਜਦੋਂ ਉਹਨਾਂ ਨੂੰ ਇਹਨਾਂ ਦੇ ਗਵਾਹ ਹੋਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ? 29 ਸਾਲ ਦੀ ਉਮਰ 'ਚ ਉਹਨਾਂ ਨੇ ਘਰ ਛੱਡਤਾ, ਜਿਹਨੂੰ ਕਿ ਮਹਾਨ ਰੇਨੂਨ ਸ਼ੇਸ਼ਨ ਜਾਂ ਮਹਾਪਨੀਸ਼ ਕਰਮਣ ਕਿਹਾ ਜਾਂਦਾ ਵਾ, ਠੀਕ ਆ। ਸੋ ਇਹ ਚੀਜ਼ ਯਾਦ ਕਰ ਲੈਣੀ ਆ, ਠੀਕ ਆ। ਸੋ ਉਸ ਤੋਂ ਬਾਅਦ ਕੀ ਹੋਇਆ ਜੀ? ਆਹ ਬਹੁਤ ਇੰਪੋਰਟੈਂਟ ਬਣਦਾ। ਹੁਣ ਜੀ ਦੇਖੋ ਜੀ, ਸਿਮਰਨ ਦੇ 49ਵੇਂ ਦਿਨ ਜਦੋਂ ਨਰੰਜਨ ਫਾਲਗੂ ਨਦੀ ਦੇ ਕੰਢੇ ਇੱਕ ਪਿੱਪਲ ਦੇ ਰੁੱਖ ਦੇ ਹੇਠਾਂ, ਠੀਕ ਆ ਜੀ, ਬੁੱਧ ਗਿਆ ਦੇ ਵਿੱਚ, ਜਿਹਨੂੰ ਆਪਾਂ ਕਿ ਉਰੂਵੇਲਾ ਕਹਿੰਦੇ ਆ, ਵਿਖੇ 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਨਿਰਵਾਣ ਜਾਂ ਗਿਆਨ ਦੀ ਪ੍ਰਾਪਤੀ ਹੋਈ। ਪੇਪਰ ਦੇ ਵਿੱਚ ਆਊ ਕਿ ਮਹਾਤਮਾ ਬੁੱਧ ਜੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਜੀ? ਬੌਧ ਗਇਆ ਦੇ ਵਿੱਚ ਹੋਈ। ਮੋਸਟ ਇੰਪੋਰਟੈਂਟ ਕੁਐਸਚਨ, ਠੀਕ ਆ। ਇਸ ਕਲਾਸ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਇਹ ਬਣਦਾ ਵਾ, ਠੀਕ ਆ ਜੀ, ਬੌਧ ਗਇਆ ਦੇ ਵਿੱਚ।
ਹੁਣ ਜੀ ਆ ਵੀ ਇੰਪੋਰਟੈਂਟ ਬਣ ਰਿਹਾ ਜੀ। ਸਾਰਨਾਥ ਵਿਖੇ ਆਪਣੇ 5 ਚੇਲਿਆਂ ਨੂੰ ਪਹਿਲਾ ਉਪਦੇਸ਼ ਜਾਂ ਧਰਮ ਚੱਕਰ ਪ੍ਰਵਰਤਨ ਦਿੱਤਾ। ਇਹਨਾਂ ਦੇ 5 ਚੇਲੇ ਸੀਗੇ ਜਿਹੜੇ ਆਪਣੇ ਪਹਿਲੇ ਸੀ, ਤਾਂ ਉਹਨਾਂ ਦਾ ਉਹ ਪੁੱਛਣਗੇ ਕਿ ਧਰਮ ਚੱਕਰ ਪ੍ਰਵਰਤਨ ਦਾ ਉਹਨਾਂ ਨੇ ਉਪਦੇਸ਼ ਕਿੱਥੇ ਦਿੱਤਾ ਸੀ? ਸਾਰਨਾਥ ਦੇ ਵਿੱਚ ਦਿੱਤਾ ਸੀ। ਠੀਕ ਆ। 80 ਸਾਲ ਦੀ ਉਮਰ ਦੇ ਵਿੱਚ ਉਹ 483 ਈਸਵੀ ਪੂਰਵ ਵਿੱਚ ਮੱਲਾ ਗਣਰਾਜ ਮਹਾਪਰਿਨਿਵਾਰਨ ਵਿੱਚ ਕੁਸ਼ੀਨਗਰ ਵਿਖੇ, ਇਹ ਵੀ ਯਾਦ ਰੱਖਣਾ ਠੀਕ ਆ, ਕੁਸ਼ੀਨਗਰ ਵਿਖੇ 1 ਸਾਲ ਦੇ ਦਰਖਤ ਦੇ ਹੇਠਾਂ ਉਹਨਾਂ ਦੀ ਮੌਤ ਹੋ ਗਈ। ਬਹੁਤ ਇੰਪੋਰਟੈਂਟ ਬਣਦਾ ਹੈ। ਹਾਂਜੀ ਆਹ ਚੀਜ਼ ਥੋੜੀ ਜਿਹੀ ਤੁਸੀਂ ਯਾਦ ਕਰ ਲਿਓ। ਠੀਕ ਆ। ਬੁੱਧ ਦੇ ਘੋੜੇ ਨੂੰ ਕੀ ਕਿਹਾ ਜਾਂਦਾ ਜੀ? ਕੰਥਕਾ। ਬੁੱਧ ਦਾ ਸਾਰਥੀ ਚੰਨਾ ਕਿਹਾ ਜਾਂਦਾ। ਬੁੱਧ ਦਾ ਚਚੇਰਾ ਭਰਾ ਦੇਵਦੱਤ। ਠੀਕ ਆ। ਇਹ ਚੀਜ਼ਾਂ ਯਾਦ ਕਰ ਲਿਓ, ਪੇਪਰ ਦੇ ਵਿੱਚ ਕਈ ਵਾਰ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ। ਹਾਂਜੀ ਬੁੱਧ ਧਰਮ ਦੇ ਜੀਵਨ ਦੇ ਜਿਹੜੇ ਮਤਲਬ ਮਹੱਤਵਪੂਰਨ ਆਪਾਂ ਇਵੈਂਟਸ ਕਹਿ ਸਕਦੇ ਹਾਂ। ਠੀਕ ਆ। ਸੋ ਸਿੰਬਲਸ, ਸੋ ਇਹ ਦੇਖੋ ਜੀ ਸਿੰਬਲਸ, ਜੇਕਰ ਆਪਾਂ ਇਹਨਾਂ ਦੇ ਇਵੈਂਟਸ ਦੇ ਮਤਲਬ ਸਿੰਬਲ ਪੇਪਰ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚੋਂ ਕੀ ਹੋਊਗਾ। ਕਈ ਵਾਰ ਨਾ ਪੇਪਰ ਦੇ ਵਿੱਚ ਉਹ ਪੁੱਛਣਗੇ ਕਿ ਮਹਾਤਮਾ ਬੁੱਧ ਜੀ ਦੇ ਜਿਹੜਾ ਜਨਮ ਆ, ਠੀਕ ਆ, ਬਰਥ ਆ ਉਹਨਾਂ ਦਾ, ਉਹਦਾ ਸੰਬੰਧ ਕਿਹਦੇ ਨਾਲ ਆ? ਮਤਲਬ ਇਹਦੇ ਥੱਲੇ ਤੋਂ ਕਿਹੜਾ ਸਿੰਬਲ ਆ ਜਿਹੜਾ ਉਹਨਾਂ ਦਾ ਬੁੱਲ ਆ, ਚਾਹੇ ਬੁੱਲ ਆ ਗਿਆ ਚਾਹੇ ਲੋਟਸ ਲਿਖਿਆ ਗਿਆ, ਤਾਂ ਉਹ ਇਹਦੇ ਨਾਲ ਆ। ਠੀਕ ਆ। ਜਿਹੜਾ ਮੈਂ ਐਡ ਕੀਤਾ ਤਾਂ ਸਿੰਬਲ ਪੁੱਛੇ ਜਾਣਗੇ। ਠੀਕ ਆ। ਪੇਪਰ ਦੇ ਵਿੱਚ ਪੁੱਛੇ ਗਏ ਨੇ ਇਹ ਪੇਪਰ ਦੇ ਵਿੱਚ। ਮਹਾਪਨੀਸ਼ਕਰਮ ਤਿਆਗ। ਠੀਕ ਆ ਜੀ। ਇਹਦਾ ਮਤਲਬ ਕੀ ਹੋ ਗਿਆ? ਇਹਦਾ ਸਿੰਬਲ ਕੀ ਹੋ ਗਿਆ? ਘੋੜਾ ਆ ਗਿਆ। ਤਾਂ ਨੈਕਸਟ ਨਿਰਵਾਣ। ਨਿਰਵਾਣ ਦੀ ਜੇਕਰ ਆਪਾਂ ਗੱਲ ਕਰੀਏ ਮਤਲਬ ਸੰਬੋਧੀ, ਇਹ ਆ ਗਿਆ ਜੀ ਬੋਧੀ ਰੁੱਖ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਠੀਕ ਆ। ਜਿੱਥੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ। ਧਰਮ ਚੱਕਰ ਪ੍ਰਵਰਤਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਨੂੰ ਵੀਲ ਕਹਿੰਦੇ ਆ। ਠੀਕ ਆ ਜੀ। ਮਤਲਬ ਚੱਕਰ, ਇਹ ਵੀ ਤੁਹਾਨੂੰ ਨੋਰਮਲੀ ਤੁਸੀਂ ਰਿਲੇਟ ਕਰਕੇ ਪੜ੍ਹ ਹੀ ਸਕਦੇ ਹੋ। ਹੁਣ ਜੀ ਮਹਾਪਰਿਨਿਰਵਾਣ। ਠੀਕ ਆ ਜੀ। ਇਹਨੂੰ ਆਪਾਂ ਕੀ ਕਹਿੰਦੇ ਆ? ਮੌਤ, ਜਿਹਨੂੰ ਕਿ ਸਤੂਪ ਕਹਿੰਦੇ ਆ। ਬਸ ਇਹ ਚੀਜ਼ਾਂ ਯਾਦ ਕਰ ਲਓ ਤੁਸੀਂ, ਹੋਰ ਤੁਹਾਨੂੰ ਅਲੱਗ ਤੋਂ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਇਹਦੇ ਬਾਰੇ। ਹੁਣ ਆ ਜ਼ਰੂਰ ਥੋੜਾ ਜਿਹਾ ਕਰ ਦਿਓ। ਠੀਕ ਆ। ਬੁੱਧਿਸਟ ਯੂਨੀਵਰਸਿਟੀਆਂ ਕਿਹੜੀਆਂ ਨੇ? ਠੀਕ ਆ। ਇੱਕ ਜੀ ਬੁੱਧਿਸਟ ਯੂਨੀਵਰਸਿਟੀ ਆਪਣੀ ਨਾਲੰਦਾ ਦੇ ਵਿੱਚ ਆ। ਨਾਲੰਦਾ ਯੂਨੀਵਰਸਿਟੀ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਠੀਕ ਆ। ਨੀਚੇ ਮੈਂ ਥੋੜੀ ਜਿਹੀ ਉਹਦੇ ਬਾਰੇ ਐਕਸਪਲੇਨ ਵੀ ਕਰ ਦਾਂਗਾ ਤੁਹਾਨੂੰ। ਲੋਕੇਸ਼ਨ ਕਿੱਥੇ ਆ ਜੀ? ਬਿਹਾਰ ਦੇ ਵਿੱਚ ਲੋਕੇਸ਼ਨ ਆ ਇਹਨਾਂ ਦੀ। ਠੀਕ ਆ। ਇਹਦੇ ਫਾਊਂਡਰ ਕੌਣ ਨੇ ਨਾਲੰਦਾ ਯੂਨੀਵਰਸਿਟੀ ਦੇ? ਇਹਦੇ ਫਾਊਂਡਰ ਨੇ ਜੀ ਕੁਮਾਰ ਗੁਪਤਾ 1। ਇੰਪੋਰਟੈਂਟ ਕੁਐਸਚਨ ਬਣਦਾ, ਨਾਲੰਦਾ ਯੂਨੀਵਰਸਿਟੀ ਦੇ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਵਾ। ਹੁਣ ਜੀ ਦੂਜੀ ਯੂਨੀਵਰਸਿਟੀ ਆ ਗਈ ਜੀ ਵਿਕਰਮਸ਼ੀਲਾ ਯੂਨੀਵਰਸਿਟੀ। ਬੁੱਧਿਸਟ ਦੀ ਦੂਜੀ ਯੂਨੀਵਰਸਿਟੀ ਵਿਕਰਮਸ਼ੀਲਾ, ਇਹ ਵੀ ਭਾਗਲਪੁਰ ਬਿਹਾਰ ਦੇ ਵਿੱਚ ਸਥਿਤ ਆ। ਇਹਨਾਂ ਦੇ ਫਾਊਂਡਰ ਕੌਣ ਸੀ? ਧਰਮਪਾਲਾ। ਇਹਨਾਂ ਬਹੁਤ ਇੰਪੋਰਟੈਂਟ ਬਣਦੇ, ਮੈਂ ਬਾਰ-ਬਾਰ ਕਹਿ ਰਿਹਾ ਮੈਂ ਸਟੈਟਿਕ ਜੀਕੇ 'ਚ ਸਿੱਧੇ ਐਂਸ਼ੀਅੰਟ ਹਿਸਟਰੀ 'ਚ ਇਹ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਆ। ਖਾਸ ਕਰ ਜਿਵੇਂ ਆਪਾਂ ਦੇਖਦੇ ਹਾਂ ਕਿ ਆਪਣਾ TCS ਪੇਪਰ ਲੈਂਦੀ ਹੁੰਦੀ ਆ ਕੋਈ, ਜਿਵੇਂ ਆਨਲਾਈਨ ਦੇ ਵਿੱਚ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਆ। ਸੋ ਇਹ ਚੀਜ਼ਾਂ ਤੁਹਾਨੂੰ ਯਾਦ ਹੋਣਗੀਆਂ ਚਾਹੀਦੀਆਂ, ਖਾਸ ਕਰ ਪੰਜਾਬ ਪੁਲਿਸ ਵਾਲੇ ਇਹ ਚੀਜ਼ ਯਾਦ ਰੱਖਣ। ਠੀਕ ਆ। ਸੋ ਬੁੱਧਿਸਟ ਦੀਆਂ ਜੇਕਰ ਯੂਨੀਵਰਸਿਟੀ ਜਾਂ PSPCL ਦਾ ਵੀ ਅੱਗੇ ਜਾ ਕੇ ਕਿਸੇ ਕੈਂਡੀਡੇਟ ਨੇ ਪੇਪਰ ਦੇਣੇ ਆ ਨਾ, ਜੋ TCS ਕੰਡਕਟ ਕਰਦਾ, ਉਹ TCS ਇਹੋ ਜਿਹੇ ਕੁਐਸਚਨ ਪਾ ਦਿੰਦੀ ਹੁੰਦੀ ਆ ਵਿੱਚ। ਸੋ ਬੁੱਧਿਸਟ ਦੀ ਯੂਨੀਵਰਸਿਟੀ ਅੱਗੇ ਆ ਗਈ ਜੀ ਸੋਮਾਪੁਰੀ। ਸੋਮਾਪੁਰੀ ਦੀ ਲੋਕੇਸ਼ਨ ਕਿੱਥੇ ਆ ਜੀ? ਇਹ ਹੈਗੀ ਆ ਜੀ ਨਾਰਥ ਬੈਂਗਲ। ਫਾਊਂਡਰ ਕੌਣ ਨੇ ਇਹਦੇ? ਧਰਮਪਾਲਾ ਕੌਣ ਸੀ? ਪਾਲਾ ਰੂਲਰ ਸੀ ਇਹ। ਠੀਕ ਆ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ ਚੌਥੀ ਯੂਨੀਵਰਸਿਟੀ। ਬਾਅਦ ਥੋੜੀ ਜਿਹੀ ਕਲਾਸ ਰਹਿ ਗਈ ਆਪਣੀ, ਜ਼ਿਆਦਾ ਵੱਡੀ ਕਲਾਸ ਨਹੀਂ ਹੋਏਗੀ ਇਹ। ਬੁੱਧਿਸਟ ਅੱਗੇ ਆ ਗਿਆ ਜੀ ਜਾਗਾਦਾਲ ਯੂਨੀਵਰਸਿਟੀ, ਜਿਹਦੀ ਲੋਕੇਸ਼ਨ ਹੈਗੀ ਆ ਜੀ ਬੰਗਾਲ ਦੇ ਵਿੱਚ। ਇਹਦੇ ਫਾਊਂਡਰ ਕੌਣ ਨੇ ਜੀ? ਰਾਮਪਾਲਾ, ਜਿਹੜੇ ਕਿ ਪਾਲਾ ਰੂਲਰ ਹੈ। ਠੀਕ ਆ। 4 ਚੀਜ਼ਾਂ ਹੋ ਗਈਆਂ ਜੀ ਆਪਣੀਆਂ। 5ਵੀਂ ਯੂਨੀਵਰਸਿਟੀ ਆ ਗਈ ਜੀ ਆਪਣੀ ਬੁੱਧਿਸਟ ਯੂਨੀਵਰਸਿਟੀ ਉਦਨੀਪੁਰੀ। ਠੀਕ ਆ ਜੀ। ਇਹਦੀ ਲੋਕੇਸ਼ਨ ਹੈਗੀ ਆ ਜੀ ਬਿਹਾਰ ਸ਼ਰੀਫ ਦੇ ਵਿੱਚ। ਇਹਨਾਂ ਦੇ ਫਾਊਂਡਰ ਕੌਣ ਨੇ? ਗੋਪਾਲਾ, ਜਿਹੜੇ ਕਿ ਪਾਲਾ ਰੂਲਰ ਹੀ ਨੇ। ਹੁਣ ਜੀ ਨੈਕਸਟ ਯੂਨੀਵਰਸਿਟੀ ਆ ਗਈ ਜੀ ਬੱਲਭੀ। ਇਹ ਕਿੱਥੇ ਆ ਜੀ? ਗੁਜਰਾਤ ਦੇ ਵਿੱਚ ਸਥਿਤ ਆ ਪਹਿਲੀ ਗੱਲ ਤਾਂ। ਠੀਕ ਆ। ਸੋ ਇਹਦਾ ਆਪਣੇ ਫਾਊਂਡਰ ਕੌਣ ਨੇ? ਭਾਟਰਕਾ। ਠੀਕ ਆ ਜੀ। ਜਿਹੜੇ ਕਿ ਮੈਤਰਕ ਰਾਜ ਦੇ ਰੂਲਰ ਨੇ। ਸੋ ਜੀ ਇਹ ਸੀਗੀਆਂ ਜੀ ਆਪਣੀਆਂ 6 ਯੂਨੀਵਰਸਿਟੀਆਂ ਜਿਹੜੀਆਂ ਬੌਧਿਕ, ਜਿਹਦੇ ਵਿੱਚੋਂ ਕਿ ਪੇਪਰ ਦੇ ਵਿੱਚ ਕਈ ਵਾਰ ਕਿ ਇਹਦਾ ਸਥਾਨ ਪੁੱਛ ਸਕਦੇ ਨੇ ਤੇ ਇਹਦੇ ਫਾਊਂਡਰ ਪੁੱਛ ਸਕਦੇ ਨੇ। ਹੁਣ ਆ ਗਿਆ ਜੀ ਬੁੱਧ ਜੀ ਦੀਆਂ ਸਿੱਖਿਆਵਾਂ ਕਿਹੜੀਆਂ ਸੀ? ਠੀਕ ਆ। 4 ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਸੀ, ਉਹ ਦੱਸੋ ਜੀ। ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਹੈ। ਠੀਕ ਆ ਜੀ। ਉਹਦਾ ਮਤਲਬ ਕੀ? ਸਭਮ ਦੁੱਖ। ਠੀਕ ਆ ਜੀ। ਇਹ ਸਿੱਖਿਆ ਸੀ ਉਹਨਾਂ ਦੀ। ਪੇਪਰ 'ਚ ਕੁਐਸਚਨ ਆਊਗਾ ਕਿ ਬੁੱਧ ਧਰਮ ਦੀਆਂ ਜਿਹੜੀਆਂ 4 ਸਿੱਖਿਆਵਾਂ ਸੀਗੀਆਂ, ਠੀਕ ਆ, ਉਹਨਾਂ 4 ਸਿੱਖਿਆਵਾਂ ਦੇ ਵਿੱਚੋਂ ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹੜੀ ਨਹੀਂਗੀ। ਦੁੱਖਾਂ ਦਾ ਕਾਰਨ ਕੀ ਹੁੰਦਾ ਹੈ? ਇੱਛਾ ਹੈ, ਜਿਹਨੂੰ ਕਿ ਆਪਾਂ ਦ੍ਰਾਦਸ਼ ਨਿਦਾਨ ਜਾਂ ਪ੍ਰਤਿਤਿਆ ਸਪੁਤਪਦਾ ਕਹਿੰਦੇ ਆ। ਠੀਕ ਆ। ਜੇਕਰ ਇੱਛਾਵਾਂ ਨੂੰ ਜਿੱਤ ਲਿਆ ਜਾਵੇ ਤਾਂ ਸਾਰੇ ਦੁੱਖ ਦੂਰ ਹੋ ਜਾਣਗੇ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ? ਨਿਰਵਾਣ ਕਹਿ ਦਿੰਦੇ ਆ। ਇਹ 8 ਗੁਣਾ ਮਾਰਗ ਅਸ਼ਟਾਂਗਿਕਾ ਮਾਰਗ ਦੀ ਪਾਲਣਾ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਵਾ। ਠੀਕ ਆ ਜੀ। ਸੋ ਆ ਵੀ ਆਊਗਾ। ਹੁਣ ਜੀ ਦੂਸਰਾ ਜਿਹੜਾ ਸੱਚ ਸੀਗਾ, ਜਿਹੜਾ ਆਪਾਂ ਉੱਪਰ ਦੁੱਖਾਂ ਦਾ ਕਾਰਨ ਹੈ ਇੱਛਾ ਵਾਲਾ। ਠੀਕ ਆ। ਦੂਸਰਾ ਸੱਚ ਬੁੱਧ ਦੇ ਪਤਚੇਹਾ ਸਮੂਤ ਪਦ ਜਾਂ ਆਪਣਾ ਪ੍ਰਤੀਤਾ ਸੰਪਦਾ ਅਰਥਾਤ ਨਿਰਭਰ ਉਤਪਤੀਆਂ ਜਾਂ ਕਾਰਨ ਦੇ ਨਿਯਮਾਂ ਤੇ ਆਧਾਰ ਤੇ। ਵੈਸੇ ਇਹ ਜ਼ਿਆਦਾ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ, ਬਸ ਆ ਉੱਪਰ ਵਾਲੇ ਤੁਸੀਂ 4 ਸੱਚ ਯਾਦ ਕਰ ਲਓ। ਠੀਕ ਆ। ਸੋ ਇਹ ਜ਼ਿਆਦਾ, ਕਿਉਂਕਿ ਇਹ ਵੈਸੇ ਵੀ ਸਮਝੋ ਬਾਹਰ ਜੀ ਗੱਲ ਆ। ਠੀਕ ਆ। ਸੋ ਇਹ ਤੁਸੀਂ ਨਹੀਂ ਵੀ ਕਰੋਗੇ ਕੋਈ ਦਿੱਕਤ ਵਾਲੀ ਗੱਲ ਨਹੀਂ, ਕਿਉਂਕਿ ਪੇਪਰ ਦੇ ਵਿੱਚ ਜਿਹੜੀ ਚੀਜ਼ ਇੰਪੋਰਟੈਂਟ ਆ ਉਹ ਚੀਜ਼ ਪੜ੍ਹਨੀ ਜ਼ਿਆਦਾ ਜ਼ਰੂਰੀ ਹੁੰਦੀ ਆ। ਹੁਣ ਜੀ 8 ਗੁਣਾ ਮਾਰਗ, ਜਿਹੜੇ ਹੁਣ 8 ਗੁਣਾ ਮਾਰਗ ਜਿਹਨੂੰ ਆਪਾਂ ਕਹੇ ਅਸ਼ਟਾਂਗਿਕਾ ਮਾਰਗ ਕਹਿ ਦਿੰਦੇ ਆ, ਇਹ ਕਿਹੜੇ ਪਾਥ ਨੇ ਜਿਨ੍ਹਾਂ ਦੇ ਉੱਤੇ ਚੱਲਣ ਲਈ ਕਿਹਾ ਜਾਂਦਾ? ਪਹਿਲੀ ਗੱਲ ਤਾਂ ਜੀ ਸਹੀ ਸਮਝ, ਰਾਈਟ ਅੰਡਰਸਟੈਂਡਿੰਗ, ਸਹੀ ਸੋਚ, ਰਾਈਟ ਥਾਟ, ਸਹੀ ਭਾਸ਼ਣ, ਰਾਈਟ ਸਪੀਚ, ਸਹੀ ਕਾਰਵਾਈ, ਰਾਈਟ ਐਕਸ਼ਨ। ਠੀਕ ਆ। 4 ਰਹਿ ਗਏ ਜੀ ਹੁਣ ਆਪਣੇ।
ਨੈਕਸਟ ਆ ਗਿਆ ਜੀ ਸਾਡਾ ਸਹੀ ਰੋਜੀ ਰੋਟੀ, ਜਿਹਨੂੰ ਆਪਾਂ ਰਾਈਟ ਲਾਈਵਲੀਹੁੱਡ ਕਹਿ ਦਿੰਦੇ ਹਾਂ, ਠੀਕ ਹੈ। ਸਹੀ ਕੋਸ਼ਿਸ਼, ਰਾਈਟ ਐਫਰਟ, ਸਹੀ ਧਿਆਨ, ਰਾਈਟ ਮਾਈਂਡਫੁਲਨੈਸ ਤੇ ਸਹੀ ਧਿਆਨ, ਠੀਕ ਹੈ, ਰਾਈਟ ਮੈਡੀਟੇਸ਼ਨ। ਸੋ ਇਹ 8 ਆਪਣੀਆਂ ਸੀਗੀਆਂ ਇਹਨਾਂ ਦੀਆਂ, ਠੀਕ ਹੈ ਜੀ। ਹੁਣ 3 ਗਹਿਣੇ ਇਹ ਜ਼ਰੂਰ ਕਰ ਲਿਓ, ਠੀਕ ਹੈ ਜੀ, ਇਹ ਇੰਪੋਰਟੈਂਟ ਬਣਦੇ ਨੇ। ਬੁੱਧ ਦੀ ਜਾਣਕਾਰੀ ਆ ਜਿਹੜੀ, ਠੀਕ ਹੈ, ਮਤਲਬ ਬੁੱਧ ਦੀ ਦਾ ਇਨਲਾਈਟਨਡ ਕਿਹੜੀ ਆ ਜੀ, ਇਹ ਪਹਿਲਾ ਜੇ ਵਾਲਾ, ਠੀਕ ਹੈ ਜੀ। ਸੋ ਧੰਮ ਦੀ ਜੇਕਰ ਆਪਾਂ ਗੱਲ ਕਰੀਏ, ਜਿਹਨੂੰ ਧੰਮ ਹੈ ਉਹ ਆਪਣਾ ਸਿੰਧਾਤ ਆ ਇਹਨਾਂ ਦਾ, ਠੀਕ ਹੈ ਜੀ। ਸੰਘਾ ਜਿਹਨੂੰ ਕਹਿ ਦਿੰਦੇ ਆ ਆਪਣਾ ਹੁਕਮ। ਬਸ ਇਹ 3 ਚੀਜ਼ਾਂ, ਜਾਣਕਾਰੀ, ਸਿੰਧਾਤ, ਹੁਕਮ, ਬੁੱਧ, ਧੰਮ, ਸੰਘਾ, ਠੀਕ ਹੈ। ਇਹ ਚੀਜ਼ਾਂ ਯਾਦ ਕਰ ਲਿਓ ਤੁਸੀਂ। ਕੋਡ ਆਫ ਕੰਡਕਟ ਇਹਨਾਂ ਦੇ ਕਿਹੜੇ ਸੀ ਜੀ? ਇਹਨਾਂ ਦੀ ਸੀਗੀ ਜੀ, ਦੂਜਿਆਂ ਦੀ ਜਾਇਦਾਦ ਦਾ ਲਾਲਚ ਨਹੀਂ ਕਰਨਾਗਾ, ਪਹਿਲੀ ਗੱਲ। ਹਿੰਸਾ ਨਹੀਂ ਕਰਨੀ, ਠੀਕ ਹੈ, ਵਾਇਲੈਂਸ ਨਹੀਂ ਕਰਨੀ ਗੀ। ਨਸ਼ੀਲੇ ਪਦਾਰਥਾਂ ਦੀ ਵਰਤੋਂ ਵੀ ਨਹੀਂ ਕਰਨੀ, ਇਹ ਵੀ ਇਹਨਾਂ ਦਾ ਰੂਲ ਸੀਗਾ। ਸੋ ਝੂਠ ਨਹੀਂ ਬੋਲਣਾ, ਭ੍ਰਿਸ਼ਟ ਅਭਿਆਸਾਂ ਦੇ ਵਿੱਚ ਸ਼ਾਮਲ ਨਹੀਂ ਹੋਣਾਗਾ, ਠੀਕ ਹੈ। ਇਹ ਚੀਜ਼ ਹੋ ਗਈ। ਹੁਣ ਨੈਕਸਟ ਆ ਗਿਆ ਜੀ ਸਾਡਾ ਬੁੱਧ ਧਰਮ ਅਤੇ ਜੈਨ ਧਰਮ ਦੇ ਥੋੜੇ ਜਿਹੇ ਇੰਪੋਰਟੈਂਟ ਫੈਕਟ ਮੈਂ ਐਡ ਕੀਤੇ ਨੇ, ਜਿਹਦੇ ਵਿੱਚ ਕਿ ਮੈਨੂੰ ਲੱਗਿਆ ਕਿ ਹਾਂ ਇਹਦੇ ਵਿੱਚੋਂ ਪਿਛਲੇ ਪੇਪਰਾਂ 'ਚ ਕੁਐਸਚਨ ਬਣੇ ਨੇ। ਵੈਸੇ ਜੇ ਤਾਂ ਆਪਾਂ ਥਿਊਰੀ ਕਰਨ ਲੱਗੇ ਤਾਂ ਬਹੁਤ ਵੱਡੀ ਹੋ ਜਾਏਗੀ। ਸੋ ਮੈਂ ਜਸਟ ਇੱਕ 1 ਲਾਈਨਰ ਬਣਾ ਕੇ ਫੈਕਟ ਐਡ ਕਰਤੇ ਹੋਇਆ ਤੁਹਾਨੂੰ। ਹੁਣ ਦੇਖੋ ਜੀ, ਪੇਪਰ ਦੇ ਵਿੱਚ ਆਊਗਾ ਕਿ ਵਿਸਾਖ ਪੂਰਨਿਮਾ ਦਾ ਮਹੱਤਵ ਕਿਉਂ ਹੈ ਬੁੱਧ ਧਰਮ ਦੇ ਵਿੱਚ। ਤਾਂ ਇਹਦੇ ਵਿੱਚ ਕੀ ਹੋਇਆ ਸੀ ਜੀ? ਕਿਉਂਕਿ ਇਹਦੇ ਦਿਨ ਨਾ 3 ਚੀਜ਼ਾਂ ਹੋਈਆਂ ਸੀ। ਮਹਾਤਮਾ ਬੁੱਧ ਜੀ ਦਾ ਜਨਮ ਵੀ ਇਸ ਦਿਨ ਹੀ ਹੋਇਆ ਸੀ। ਮਹਾਤਮਾ ਬੁੱਧ ਜੀ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਬੌਧ ਗਿਆ ਦੇ ਵਿੱਚ ਹੋਈ ਸੀ, ਉਹ ਵੀ ਆਪਣੀ ਵਿਸਾਖ ਪੂਰਨਿਮਾ ਨੂੰ ਹੀ ਹੋਈ ਸੀ। ਮਹਾਤਮਾ ਬੁੱਧ ਜੀ ਦੀ ਮੌਤ ਕਦੋਂ ਹੋਈ ਸੀ? ਉਹ ਵੀ ਵਿਸਾਖ ਪੂਰਨਿਮਾ ਨੂੰ ਹੋਈ ਸੀ। ਸੋ 3 ਇਵੈਂਟ ਜਿਹੜੇ ਇਹ ਸੀਗੇ, ਇਹ ਵਿਸਾਖ ਪੂਰਨਿਮਾ ਨੂੰ ਹੋਏ ਸੀ। ਪੇਪਰ ਦੇ ਵਿੱਚ ਇਹ ਕੁਐਸਚਨ ਬਣਿਆ ਹੋਇਆ ਵਾ, ਠੀਕ ਆ। ਵਿਸਾਖ ਪੂਰਨਿਮਾ ਦਾ ਮਹੱਤਵ ਕਿਉਂ ਆ? ਹੁਣ ਆ ਰੀਸੈਂਟਲੀ ਹੁਣੇ ਮੇ ਬੀ ਸ਼ਾਇਦ PPSC ਦੇ ਨਾਇਬ ਤਹਿਸੀਲਦਾਰ ਜਾਂ PSSB ਦੇ ਕਿਸੇ, ਸ਼ਾਇਦ PSSB ਦੇ ਰੀਸੈਂਟਲੀ ਇੱਕ ਪੇਪਰ ਦੇ ਵਿੱਚ ਰਿਪੀਟ ਹੋਇਆ ਕਿ ਜੀ ਚੀਨੀ ਯਾਤਰੀ ਆ ਇੱਕ, ਜਿਹਨੂੰ ਕਿ ਆਪਾਂ ਹਿਊਨ ਸਾਂਗ ਆ, ਠੀਕ ਹੈ ਜੀ। ਹਿਊਨ ਸਾਂਗ, ਇਹਨੂੰ ਸਾਂਗ, ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ, ਨਾਮ ਨੂੰ ਬਹੁਤ ਇੰਪੋਰਟੈਂਟ ਬਣਦਾ। ਉਹਨੇ ਜੀ ਭਾਰਤੀਆਂ ਨੂੰ ਗਰਮ ਸੁਭਾਅ ਵਾਲੇ ਪਰ ਇਮਾਨਦਾਰ ਦੱਸਿਆ। ਸ਼ਾਇਦ PSSB 2021 ਦਾ ਕੁਐਸਚਨ ਆ, ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ, ਜਿਹੜੀ ਆਪਣੀ 600 MCQ ਦੀ ਸੀਰੀਜ਼ ਆਪਾਂ YouTube ਤੇ ਕੀਤੀ ਸੀ। ਗਰਮ ਸੁਭਾਅ ਬਾਰੇ ਤੇ ਇਮਾਨਦਾਰ ਦੱਸਿਆ। ਸਿੱਧਾ ਕੁਐਸਚਨ ਆਇਆ ਸੀ ਕਿ ਇਹਨਾਂ ਦੇ ਵਿੱਚੋਂ ਕਿਹਨੇ ਕਿਹਾ ਸੀ ਕਿ ਜਿਹੜੇ ਭਾਰਤੀ ਨੇ ਵੈਸੇ ਤਾਂ ਹੌਟ ਟੈਂਪਰਡ ਨੇ ਪਰ ਓਨੈਸਟ ਨੇ? ਕਿਹਨੇ ਕਿਹਾ ਸੀ ਜੀ? ਹਿਊਨ ਟੀਸੰਗ। ਇਹਦਾ ਨਾਮ ਯਾਦ ਕਰ ਲਿਓ, ਬਹੁਤ ਇੰਪੋਰਟੈਂਟ ਬਣਦਾ ਵਾ। ਸੋ ਇਹਨੇ ਪੜ੍ਹਾਈ ਕਿੱਥੇ ਕੀਤੀ ਸੀ? ਇਹਨੇ ਜੀ ਨਾਲੰਦਾ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ। ਉਹੀ ਬੁੱਧਿਸਟ ਯੂਨੀਵਰਸਿਟੀ ਜਿਹੜੀ ਆਪਾਂ ਉੱਪਰ ਪੜ੍ਹੀ ਸੀ ਨਾ, ਉੱਥੇ ਹੀ ਪੜ੍ਹਾਈ ਕੀਤੀ ਸੀ ਇਹਨੂੰ। ਸੋ ਹੋਰ ਇਹਨੂੰ ਕੀ ਨਾਮ ਦੇ ਨਾਲ ਜਾਣਿਆ ਜਾਂਦਾ? ਹੋਰ ਇਹਨੂੰ ਪ੍ਰਿੰਸ ਆਫ ਪਿਲੀਗ੍ਰਿਮਸ ਦੇ ਨਾਮ ਦੇ ਨਾਲ ਵੀ ਇਹਨੂੰ ਜਾਣਿਆ ਜਾਂਦਾ ਵਾ, ਠੀਕ ਆ। ਬਹੁਤ ਇੰਪੋਰਟੈਂਟ ਬਣਦਾ ਵਾ। ਸੋ ਇਹ ਪੁਆਇੰਟ ਵੀ ਆਪਾਂ ਐਡ ਕਰਤਾ ਹੋਇਆ। ਆਹ ਤੁਹਾਨੂੰ ਮੈਂ ਕਰਾਈ ਦਿੱਤਾ ਗਿਆ ਕਿ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ 5ਵੀਂ ਸਦੀ ਦੇ ਈਸਵੀ ਦੇ ਵਿੱਚ, ਮਤਲਬ ਸੀ ਦੇ ਵਿੱਚ ਗੁਪਤਾ ਰਾਜਵੰਸ਼ ਦੇ ਕੁਮਾਰ ਗੁਪਤਾ I ਨੇ ਪਹਿਲੇ ਦੁਆਰਾ ਕੀਤੀ ਗਈ ਸੀ। ਕੁਮਾਰ ਗੁਪਤਾ I ਨੇ ਕੀਤੀ ਸੀ, ਠੀਕ ਹੈ। ਪੇਪਰ 'ਚ ਇਹ ਕੁਐਸਚਨ ਪੁੱਛਿਆ ਜਾਂਦਾ ਵਾ। ਹੁਣ ਜੀ ਨਾਲੰਦਾ ਯੂਨੀਵਰਸਿਟੀ, ਪਹਿਲੀ ਗੱਲ ਤਾਂ ਨਾਲੰਦਾ ਯੂਨੀਵਰਸਿਟੀ ਨੂੰ ਨਾਲੰਦਾ ਮਹਾਵੀਰ ਵੀ ਕਿਹਾ ਜਾਂਦਾ ਵਾ, ਠੀਕ ਹੈ ਜੀ। ਨਾਲੰਦਾ ਯੂਨੀਵਰਸਿਟੀ ਨੂੰ 2016 ਦੇ ਵਿੱਚ ਕੀ ਹੋਇਆ ਨਾ, UNO ਦੀ ਇੱਕ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕਰ ਦਿੱਤਾ ਗਿਆ। ਵਿਗਿਆਨਕ ਸੱਭਿਆਚਾਰਕ ਸੰਗਠਨ ਦੇ ਤੌਰ ਦੇ ਉੱਤੇ ਇਹਨੂੰ ਵਿਰਾਸਤ ਸਥਾਨ ਵਜੋਂ ਦਰਜ ਕੀਤਾ ਗਿਆ, ਠੀਕ ਹੈ। ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕੀਤੀ ਗਈ, ਠੀਕ ਹੈ। ਨਾਲੰਦਾ ਯੂਨੀਵਰਸਿਟੀ ਦੀ ਖੁਦਾਈ ਵਾਲੀ ਥਾਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ 88 ਕਿਲੋਮੀਟਰ ਦੂਰ ਸਥਿਤ ਹੈ। ਬਸ ਹਾਂਜੀ, ਬਿਹਾਰ ਰਾਜ ਨੂੰ ਬੁੱਧ ਧਰਮ ਦਾ ਪੰਘੂੜਾ ਵੀ ਕਿਹਾ ਜਾਂਦਾ ਵਾ, ਠੀਕ ਆ। ਇਹ ਵੀ ਮੋਸਟ ਇੰਪੋਰਟੈਂਟ ਬਣਦਾ, ਪੇਪਰ 'ਚ ਆਊਗਾ। ਬੁੱਧ ਧਰਮ ਦਾ ਪੰਘੂੜਾ ਕਿਹਨੂੰ ਕਿਹਾ ਜਾਂਦਾ ਵਾ? ਬਿਹਾਰ ਰਾਜ ਨੂੰ ਕਿਹਾ ਜਾਂਦਾ ਵਾ। ਹੁਣ ਜੀ ਕੁਐਸਚਨ ਆਊਗਾ ਕਿ ਲਾਈਟ ਆਫ ਏਸ਼ੀਆ ਕਿਹਨਾਂ ਨੂੰ ਕਿਹਾ ਜਾਂਦਾ? ਥੱਲੇ ਤੁਹਾਨੂੰ ਆਨਸਰ ਦੇ ਦੇਣਗੇ, ਮਹਾਤਮਾ ਬੁੱਧ, ਵਰਧਮਾਨ ਮਹਾਵੀਰਾ, ਹੋਰ ਤੁਹਾਨੂੰ 2-3 ਆਪਸ਼ਨਸ ਦੇ ਦੇਣਗੇ। ਸੋ ਇਹਦੇ ਵਿੱਚ ਤੁਸੀਂ ਭਗਵਾਨ ਬੁੱਧ ਲਾਉਣਾ, ਠੀਕ ਆ। ਮਹਾਤਮਾ ਬੁੱਧ ਜਾਂ ਭਗਵਾਨ ਬੁੱਧ ਲਿਖਿਆ ਆਊਗਾ। ਏਸ਼ੀਆ ਦੇ ਪ੍ਰਕਾਸ਼ ਵਜੋਂ ਕਿਹਨੂੰ ਜਾਣਿਆ ਜਾਂਦਾ? ਭਗਵਾਨ ਬੁੱਧ ਜਾਂ ਮਹਾਤਮਾ ਬੁੱਧ ਨੂੰ। ਹਾਂਜੀ, ਬਈਆਨ ਅਫਗਾਨਿਸਤਾਨ 'ਚ ਮਹਾਤਮਾ ਬੁੱਧ ਜੀ ਦੀ ਇੱਕ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਆ, ਠੀਕ ਹੈ ਜੀ। ਸਟੈਚੂ ਸਥਾਪਿਤ ਕੀਤਾ ਵਾ ਕਿੱਥੇ? ਬਈਮਾਨ ਆਪਣਾ ਅਫਗਾਨਿਸਤਾਨ ਦੇ ਵਿੱਚ। ਹੁਣ ਅਸ਼ਵ ਘੋਸ਼ਾ ਬੁੱਧ ਚਰਿੱਤਾ ਦਾ ਲੇਖਕ ਸੀ। ਆਪਾਂ ਨੂੰ ਆਊਗਾ ਬੁੱਧ ਚਰਿੱਤਾ ਦਾ ਆਥਰ ਕੌਣ ਸੀਗਾ? ਇਹ ਕੌਣ ਸੀ? ਅਸ਼ਵ ਘੋਸ਼ਾ। ਨਾਮ ਯਾਦ ਕਰ ਲਓ ਇਹਦਾ। ਨੈਕਸਟ ਆ ਗਏ ਜੀ ਹੁਣ ਆਪਾਂ ਵਰਧਮਾਨ ਮਹਾਵੀਰ। ਹੁਣ ਸਭ ਤੋਂ ਪਹਿਲਾਂ ਸਮਕਾਲੀ ਪੁੱਛਣਗੇ ਕਿ ਦੱਸੋ ਮਹਾਤਮਾ ਬੁੱਧ ਦੇ ਸਮਕਾਲੀ ਕੌਣ ਸੀ? ਵਰਧਮਾਨ ਮਹਾਵੀਰਾ ਸੀ। ਜੇਕਰ ਵਰਧਮਾਨ ਮਹਾਵੀਰਾ ਦਾ ਉਹ ਪੁੱਛਣਗੇ, ਵਰਧਮਾਨ ਮਹਾਵੀਰਾ ਦੇ ਸਮਕਾਲੀ ਕੌਣ ਸੀ? ਗੌਤਮ ਬੁੱਧ, ਠੀਕ ਹੈ ਜੀ। ਸੋ ਅਸ਼ੋਕ ਦੇ ਰਾਜ ਦੌਰਾਨ ਇੱਕ ਬੋਧੀ ਸਭਾ ਬਣਾਈ ਗਈ, ਠੀਕ ਹੈ। ਬੁੱਧਿਸਟ ਕਾਉਂਸਲ, ਵੈਸੇ ਬੁੱਧਿਸਟ ਕਾਉਂਸਲਸ ਬਹੁਤ ਨੇ, ਠੀਕ ਆ। ਸੋ ਮੈਂ ਤਾਂ ਨਹੀਂ ਐਡ ਕੀਤੀ ਕਿਉਂਕਿ ਬਹੁਤ ਹੀ ਜ਼ਿਆਦਾ, ਜੇਕਰ ਆਪਾਂ ਗੱਲ ਕਰਾਂ, ਬਹੁਤ ਜ਼ਿਆਦਾ ਹੋ ਜਾਏਗੀ ਪੁਆਇੰਟ ਜੋ ਤੁਹਾਡੇ ਲਈ ਯਾਦ ਕਰਨੇ ਵੀ ਥੋੜੇ ਜਿਹੇ ਔਖੇ ਹੋਣਗੇ। ਜੇਕਰ ਤੁਸੀਂ ਬੁੱਧਿਸਟ ਕਾਉਂਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੂਸ਼ੈਂਟ ਜਾਂ ਅਰੀਹੰਟ ਦੇ ਵਿੱਚੋਂ ਮੈਂ ਵਾਰ-ਵਾਰ ਕਹਿ ਰਿਹਾ, ਉੱਥੋਂ ਤੁਸੀਂ ਅਲੱਗ ਤੋਂ ਫੈਕਟ ਵੀ ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਮੈਂ ਸਿਰਫ ਇੰਪੋਰਟੈਂਟ ਫੈਕਟ ਐਡ ਕੀਤੇ ਨੇ ਜਿਹੜੇ ਕਿ ਪੇਪਰ ਦੇ ਵਿੱਚ ਜ਼ਿਆਦਾਤਰ ਰਿਪੀਟ ਹੁੰਦੇ ਨੇ, ਠੀਕ ਆ। ਸੋ ਇੱਕ ਅਸ਼ੋਕ ਦੇ ਰਾਜ ਦੌਰਾਨ ਇੱਕ ਬੋਧੀ ਸਭਾ ਪਾਟਲੀਪੁੱਤਰ ਵਿਖੇ ਹੋਈ ਸੀ, ਠੀਕ ਹੈ ਜੀ। ਸੋ ਇਹ ਵੀ ਇੰਪੋਰਟੈਂਟ ਬਣਦਾ ਵਾ। ਸੋ ਜੀ ਬਸ ਇਹ ਆਪਣੇ 10 ਪੁਆਇੰਟ ਸੀਗੇ ਮੇਨ। ਹੁਣ ਆਪਾਂ ਇਹ ਚਾਰੇ ਚੀਜ਼ਾਂ ਕਰ ਲਈਆਂ ਹੋਈਆਂ ਨੇ। ਸੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਆਪਣੀ ਕਲਾਸ ਦੇਖ ਲਈ ਹੋਏਗੀ, ਠੀਕ ਆ। ਹੁਣ ਤੱਕ ਕਲਾਸ ਦੇਖ ਲਈ ਹੋਈ ਆ।
ਇਸ ਤੋਂ ਬਾਅਦ ਮੈਂ PDF ਤੁਹਾਨੂੰ ਕੱਲ ਤੱਕ ਇਹਦੀ ਅਪਡੇਟ ਕਰ ਦਾਂਗਾ, ਠੀਕ ਆ। ਆਪਣੇ ਟੈਲੀਗ੍ਰਾਮ ਚੈਨਲ 'ਤੇ ਉਹਦੀ ਰਿਵੀਜ਼ਨ ਕਰੋ, ਉਸ ਤੋਂ ਬਾਅਦ ਆਪਾਂ MCQ ਕੁਇਜ਼ ਟੈਸਟ ਲਾਵਾਂਗੇ ਇਹਦਾ, ਠੀਕ ਆ, ਬਹੁਤ ਵਧੀਆ ਤਰੀਕੇ ਨਾਲ। ਸੋ ਬਾਕੀ ਜੀ ਇਹ ਕਲਾਸ ਹੁਣ ਆਪਣੀ ਖਤਮ ਹੋ ਗਈ ਹੋਈ ਆ। ਸੋ 3-4 ਦਿਨ ਹੁਣ ਹੋ ਗਏ ਲਗਾਤਾਰ ਮੈਨੂੰ ਆਪਣਾ ਕੰਟੈਂਟ ਤਿਆਰ ਕਰਦੇ ਨੂੰ। ਸੋ ਮੈਂ ਅੱਜ ਥੋੜੀ ਜੀ ਹੁਣ ਬ੍ਰੇਕ ਲਵਾਂਗਾ, ਠੀਕ ਆ। ਅੱਜ ਮੈਂ ਕੋਈ ਵੀ ਕੰਟੈਂਟ ਤਿਆਰ ਨਹੀਂ ਕਰਾਂਗਾ ਕਿਉਂਕਿ ਨੀਂਦ ਨਹੀਂ ਪੂਰੀ ਹੋਈ 3 ਦਿਨ ਦੀ, ਠੀਕ ਆ ਜੀ। ਸੋ ਅੱਜ ਕੋਈ ਕਲਾਸ ਨਹੀਂ ਹੋਏਗੀ ਹੋਰ, ਕੱਲ੍ਹ ਨੂੰ ਮੈਂ ਕੰਟੈਂਟ ਤਿਆਰ ਕਰਾਂਗਾ। ਜੇਕਰ ਕੱਲ੍ਹ ਨੂੰ ਰਾਤ ਤੱਕ ਹੋ ਸਕਿਆ ਤਾਂ ਠੀਕ ਆ, ਮੈਂ ਦਿੱਲੀ ਸਲਤਨਤ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ, ਨਹੀਂ ਪਰਸੋਂ ਮੰਗਲਵਾਰ ਨੂੰ ਤਾਂ ਤੁਹਾਨੂੰ ਇਹ ਕਲਾਸ 101% ਤੁਹਾਨੂੰ ਮਿਲ ਜਾਏਗੀ, ਠੀਕ ਆ। ਹੁਣ ਆਪਾਂ ਤੇਜ਼ ਕਰਨਾ ਵਾ, ਠੀਕ ਆ, ਪਰ ਵਿੱਚ ਦੀ ਥੋੜਾ ਜਿਹਾ ਸਿਹਤ ਵੀ ਜ਼ਰੂਰੀ ਆ ਆਪਣੀ। ਸੋ ਇਹ ਸੀਗੀ ਜੀ ਆਪਣੀ ਕਲਾਸ ਜੀ, ਠੀਕ ਆ। ਜੇਕਰ ਤੁਹਾਨੂੰ ਇਹਦੀ PDF ਚਾਹੀਦਾ, GK ਅਕੈਡਮੀ ਪੰਜਾਬ ਸਰਚ ਮਾਰੋ, ਜਾਂ ਤੁਸੀਂ ਆਪਣਾ ਟੈਲੀਗ੍ਰਾਮ ਲਿੰਕ ਦਿੱਤਾ ਹੋਊਗਾ ਇਹਦੇ ਕਮੈਂਟ ਬਾਕਸ ਦੇ ਉੱਤੇ, ਠੀਕ ਆ ਜੀ, ਉੱਥੇ ਜਾਓ, ਉੱਥੇ ਤੁਹਾਨੂੰ ਇਹਦੀ PDF ਮਿਲ ਜਾਏਗੀ। ਸੋ ਇੱਕ ਅੱਜ ਮੈਂ ਵੀਡੀਓ ਬਣਾਵਾਂਗਾ ਪੰਜਾਬ ਪੁਲਿਸ, ਠੀਕ ਆ ਜੀ, ਪੰਜਾਬ ਪੁਲਿਸ ਦੇ ਹੁਣੇ ਰੀਸੈਂਟਲੀ ਜੋ ਨੋਟੀਫਿਕੇਸ਼ਨ ਆਊਟ ਹੋਏ ਨੇ SI ਤੇ ਹੈੱਡ ਕਾਂਸਟੇਬਲ, ਠੀਕ ਆ। ਕਲਾਸਾਂ ਕਰਕੇ ਮੇਰੇ ਤੋਂ ਇਹਦੀ ਵੀਡੀਓ ਨਹੀਂ ਬਣਾ ਪਾਇਆ ਮੈਂ। ਸੋ ਅੱਜ ਸ਼ਾਮ ਤੱਕ ਤੁਹਾਨੂੰ ਇੱਕ ਵੀਡੀਓ ਪ੍ਰੋਵਾਈਡ ਕਰ ਦਾਂਗਾ ਜਿਹਦੇ ਵਿੱਚ ਕਿ ਸਾਰੇ ਸਿਲੇਬਸ ਦੀ ਡਿਟੇਲ ਤੇ ਜਿਹੜੀ ਯੋਗਤਾ ਬਾਰੇ ਬਹੁਤ ਜ਼ਿਆਦਾ ਪ੍ਰਸ਼ਨ ਆ ਰਹੇ ਨੇ ਕਿ ਯੋਗਤਾ ਇਹਦੀ ਕਿਹੜੀ ਹੋਏ, ਕਿਹੜੇ ਕੈਂਡੀਡੇਟ ਫਾਰਮ ਭਰ ਸਕਦੇ ਨੇ। ਵੈਸੇ ਤਾਂ ਮੈਂ ਐਡ ਕੀਤਾ ਹੋਇਆ ਸੀ, ਆਪਣਾ ਸੈਂਡ ਕੀਤਾ ਹੋਇਆ ਵਾ ਸਾਰਾ ਕੁਝ ਟੈਲੀਗ੍ਰਾਮ ਤੇ, ਪਰ ਫਿਰ ਵੀ ਬਾਰ-ਬਾਰ ਮੈਸੇਜ ਆ ਰਹੇ ਨੇ ਕਿ ਇਹ 'ਤੇ ਵੀਡੀਓ ਬਣਾ ਦਿਓ। ਸੋ ਇਹ 'ਤੇ ਮੈਂ ਅੱਜ ਇੱਕ ਵੀਡੀਓ ਸ਼ਾਮ ਨੂੰ ਤੁਹਾਨੂੰ ਦੇ ਦਾਂਗਾ, ਤੇ GK ਦੇ ਵੀ ਸਾਰੇ ਟੌਪਿਕ ਮੈਂ ਤੁਹਾਨੂੰ ਇਹਦੇ ਵਿੱਚ ਡਿਸਕਸ ਕਰ ਦਾਂਗਾ ਕਿ ਕਿਹੜੇ ਟੌਪਿਕ ਤੁਸੀਂ ਕਿਵੇਂ ਕਰ ਸਕਦੇ ਹੋ, ਠੀਕ ਆ। ਇਹਦਾ ਕਿਉਂਕਿ GK ਆਲਮੋਸਟ ਸੇਮ ਹੁੰਦੀ ਆ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਪੰਜਾਬ ਪੁਲਿਸ ਲਈ ਤੁਹਾਨੂੰ ਪੋਲਿਟੀ ਅਲੱਗ ਤੋਂ ਪੜ੍ਹਨੀ ਪੈਣੀ ਆ, ਠੀਕ ਆ। ਸੋ ਪੋਲਿਟੀ ਦੇ ਟੌਪਿਕ ਉਹੀ ਹੁੰਦੇ ਨੇ, ਮਾਡਰਨ ਹਿਸਟਰੀ ਵੀ ਤੁਹਾਨੂੰ ਪਤਾ ਉਹੀ ਹੁੰਦੀ ਆ, ਕਰੰਟ ਅਫੇਅਰ ਵੀ ਉਹੀ ਹੁੰਦਾ ਵਾ, ਪੰਜਾਬ GK ਵੀ ਉਹੀ ਹੁੰਦੀ ਆ, ਕੋਈ ਅਲੱਗ ਤੋਂ ਨਹੀਂ ਹੁੰਦਾ। ਬਸ ਇਹੀ ਆ ਕਿ ਜਿਹੜੇ ਆਪਣੇ ਪੰਜਾਬ ਪੁਲਿਸ ਦੇ ਵਿੱਚ ਆਪਾਂ ਨੂੰ ਥੋੜ੍ਹਾ ਜਿਹਾ ਅਲੱਗ ਤੋਂ ਕੁਝ ਟੌਪਿਕ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਫੋਕਸ ਵੱਧ ਕਰਨਾ ਪੈਂਦਾ, ਤੇ PSSB ਲਈ ਥੋੜ੍ਹੇ ਜਿਹੇ ਫੋਕਸ ਵੱਧ ਕਰਨਾ ਪੈਂਦਾ। ਜਿਵੇਂ ਆਪਾਂ PPSC ਦਾ ਪੇਪਰ ਦਿੰਦੇ ਹਾਂ, ਆਪਾਂ ਨੂੰ ਪਤਾ ਕਿ ਉਹਦੇ ਵਿੱਚ ਆਪਾਂ ਨੂੰ ਕਰੰਟ ਅਫੇਅਰ ਦਾ ਫੋਕਸ ਬਹੁਤ ਜ਼ਿਆਦਾ ਕਰਨਾ ਪੈਂਦਾ, ਬਸ ਇੰਨਾ ਕੁ ਫਰਕ ਹੁੰਦਾ। ਬਾਕੀ ਇਸ ਤਰ੍ਹਾਂ ਮਤਲਬ ਇਹ ਨਹੀਂ ਹੁੰਦਾ ਕਿ ਪੰਜਾਬ ਪੁਲਿਸ ਲਈ ਤੁਹਾਨੂੰ ਅਲੱਗ ਤੋਂ ਪੋਲਿਟੀ ਪੜ੍ਹਨੀ ਪਏਗੀ, ਠੀਕ ਆ। ਉਹ ਸਾਰਾ ਸੇਮ ਹੀ ਹੁੰਦਾ, ਬਸ ਕੁਝ ਟੌਪਿਕ ਹੁੰਦੇ ਨੇ ਜਿਹੜੇ ਆਪਾਂ ਨੂੰ ਅਲੱਗ ਤੋਂ ਥੋੜ੍ਹੇ ਜਿਹੇ ਕਰਨੇ ਪੈਂਦੇ ਨੇ ਹਟ ਕੇ। ਨਹੀਂ ਤਾਂ ਆਪਾਂ ਨੂੰ ਵੀ ਪਤਾ ਫੰਡਾਮੈਂਟਲ ਰਾਈਟ, ਪ੍ਰੈਜ਼ੀਡੈਂਟ ਹੋ ਗਿਆ, ਪੰਚਾਇਤੀ ਰਾਜ ਹੋ ਗਿਆ, ਠੀਕ ਆ, ਸਟੇਟ ਲੈਜਿਸਲੇਚਰ ਹੋ ਗਿਆ, ਆਪਣਾ ਸੰਵਿਧਾਨ ਹੋ ਗਿਆ, ਉਹ ਤਾਂ ਉਹੀ ਰਹੇਗਾ, ਉਹ ਥੋੜ੍ਹੀ ਚੇਂਜ ਹੋਏਗਾ ਨਾ, ਠੀਕ ਆ। ਸੋ ਬਾਕੀ ਕਰੰਟ ਅਫੇਅਰ ਕਰਦੇ ਰਹੋ ਤੁਸੀਂ ਨਾਲ ਦੀ ਨਾਲ, ਮੈਂ ਤੁਹਾਨੂੰ ਦੱਸਿਆ ਹੋਇਆ ਆਪਾਂ ਵੀ ਕਰਵਾ ਰਹੇ ਹਾਂ। ਸੋ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ, ਠੀਕ ਹੈ ਜੀ। ਧੰਨਵਾਦ ਜੀ।